वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜੋ ਨਵੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ। ਲੇਖਕ ਸਤਬੀਰ ਸਿੰਘ। ਆਪਣੇ ਵੱਲੋਂ ਹਿੰਦੁਸਤਾਨ ਦੇ ਰਹਿ ਚੁੱਕੇ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ ਦੀ ਇੱਕ ਵਾਰਤਾ ਡਾਕਟਰ ਮਜੀਬ ਨੇ ਲਿਖੀ ਹੈ, ਜੋ ਉਹਨਾਂ ਨੇ ਆਪੂ ਮਜੀਬ ਸਾਹਿਬ ਨੂੰ ਸੁਣਾਈ ਸੀ। ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਇੱਕ ਤਕਰੀਰ ਜੋ ਡਾਕਟਰ ਜ਼ਾਕਿਰ ਹੁਸੈਨ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਨੀ ਸੀ, ਲਿਖ ਰਹੇ ਸਨ ਕਿ ਉਹਨਾਂ ਡਿੱਠਾ ਕਿ ਲਿਖੇ ਕਾਗਜ਼ਾਂ ਉੱਤੇ ਪਾਣੀ ਦੇ ਕੁਝ ਤੁਪਕੇ ਡਿੱਗੇ ਹੋਏ ਸਨ। ਰਾਸ਼ਟਰਪਤੀ ਭਵਨ ਵਿੱਚ ਉਹਨਾਂ ਸੱਜੇ ਖੱਬੇ ਉੱਤੇ ਹੇਠਾਂ ਦੇਖਿਆ ਕਿ ਪਾਣੀ ਕਿੱਥੋਂ ਆ ਗਿਰਿਆ ਹੈ, ਪਰ ਕਿੱਧਰੋਂ ਪਾਣੀ ਚੋਂਦਾ ਜਾਂ ਡਿੱਗਾ ਨਜ਼ਰੀ ਨਾ ਆਇਆ। ਜਦ ਉਹਨਾਂ ਐਨਕ ਉਤਾਰ ਕੇ ਦੇਖਿਆ ਤਾਂ ਅੱਖਾਂ ਵਿੱਚੋਂ ਹੰਝੂ ਵਹਿ ਵਹਿ ਕਾਗਜ਼ ਉੱਤੇ ਡਿੱਗੇ ਸਨ। ਇਤਨਾ ਹੁਲਾਸ ਅਤੇ ਕਰੁਣਾਮਈ ਜੀਵਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਹਰ ਇੱਕ ਦਾ ਹਿਰਦਾ ਹਿਲਾ ਦਿੰਦਾ ਹੈ। ਸੱਚੀ ਗੱਲ ਇਹ ਹੈ ਕਿ ਆਪੂ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਨਾ ਕੀਤਾ ਹੁੰਦਾ ਕਿ ਉਹਨਾਂ ਨੂੰ ਕੋਈ ਪਰਮੇਸ਼ਵਰ ਨਾ ਆਖੇ ਤਾਂ ਇਹ ਮੰਨਣਾ ਮੁਸ਼ਕਿਲ ਹੋ ਜਾਣਾ ਸੀ ਕਿ ਇਨਸਾਨੀ ਜਾਮੇ ਵਿੱਚ ਕੋਈ ਅਜਿਹੀ ਸ਼ਖਸੀਅਤ ਵੀ ਹੋ ਸਕਦੀ ਹੈ। ਮੁਕਾਬਲਤਨ ਇਤਨੀ ਥੋੜੀ ਉਮਰ ਵਿੱਚ ਇਤਨੇ ਵੱਡੇ ਕਾਰਨਾਮੇ ਕਰੇ ਜਾਣੇ ਕਿਸੇ ਕਰਾਮਾਤ ਤੋਂ ਘੱਟ ਨਹੀਂ। 33 ਸਾਲ ਦੀ ਉਮਰ ਵਿੱਚ ਅਕਾਲ ਪੁਰਖ ਵੱਲੋਂ ਸੌਂਪਿਆ ਕਾਰਜ ਖਾਲਸਾ ਸਾਜ ਕੇ ਦਸ਼ਮੇਸ਼ ਪਿਤਾ ਮੌਤ ਨੂੰ ਵੰਗਾਰਨ ਲੱਗ ਪਏ ਸਨ। ਹਜੂਰੀ ਕਵੀ ਅੰਮ੍ਰਿਤ ਰਾਏ ਨੇ ਠੀਕ ਲਿਖਿਆ ਹੈ, ਕਿਸੇ ਦੀ ਕਵਿਤਾ ਵਿੱਚੋਂ 9 ਰਸ ਮੁਸ਼ਕਿਲਾਂ ਨਾਲ ਲੱਭਦੇ ਹਨ, ਪਰ ਗੁਰੂ ਗੋਬਿੰਦ ਸਿੰਘ ਜੀ ਐਸੇ ਹਨ ਜਿਨ੍ਹਾਂ ਦੀ ਸ਼ਖਸੀਅਤ ਵਿੱਚੋਂ 9 ਰਸ ਝਿਮ ਝਿਮ ਵਰ ਰਹੇ ਹਨ। ਇੱਕ ਸ਼ਾਂਤ ਰਸ ਹੀ ਦੇਖੋ ਜੋ ਉਹਨਾਂ ਦੀ ਸ਼ਖਸੀਅਤ ਦਾ ਅਨਿੱਖੜ ਵਾਂਗ ਹੈ। 9 ਸਾਲ ਦੇ ਸਨ ਕਿ ਪਿਤਾ ਗੁਰੂ ਤੇਗ ਬਹਾਦਰ ਦਾ ਕੱਟਿਆ ਸੀਸ ਭਾਈ ਜੈਤਾ ਜੀ ਨੇ ਜਦ ਦਿੱਲੀ ਤੋਂ ਜਾਣ ਉੱਤੇ ਖੇਡ ਅਤੇ ਜਫਰ ਜਾਲ ਆਨੰਦਪੁਰ ਲਿਆ ਰੱਖਿਆ ਤਾਂ ਆਪ ਅਡੋਲ ਰਹੇ। ਫਿਰ ਪਿਤਾ ਦੇ ਰੂਪ ਵਿੱਚ ਆਪਣੇ ਸਾਹਮਣੇ ਚਮਕੌਰ ਦੀ ਗੜੀ ਪੁੱਤਰ ਸ਼ਹੀਦ ਹੁੰਦੇ ਦੇਖ ਸ਼ਾਂਤ ਰਹੇ ਅਤੇ ਅਕਾਲ ਪੁਰਖ ਦਾ ਸ਼ੁਕਰ ਮਨਾਇਆ ਅਤੇ ਅੰਤ ਸਮੇਂ ਜਦ ਆਪਣੇ ਤੇ ਹੀ ਪਠਾਨ ਨੇ ਵਾਰ ਕੀਤਾ ਤਾਂ ਅਹਿਲ ਸਗੋਂ ਗੁਰੂ ਗੋਬਿੰਦ ਦੇ ਵਾਰ ਨਾਲ ਡਿੱਗਦੇ ਜਦ ਜਮਸ਼ੇਦ ਖਾਨ ਨੇ ਹਾਏ ਅੰਮਾ ਕਿਹਾ ਤਾਂ ਆਪ ਜੀ ਨੇ ਉਸੇ ਸ਼ਾਂਤ ਰਸ ਵਿੱਚ ਫਰਮਾਇਆ, ਕਿਆ ਯਹ ਅੰਮਾ ਕਹਿਣੇ ਕਾ ਵਕਤ ਹੈ, ਅੱਲਾ ਕਹੋ ਅੱਲਾ। ਸੋ ਇਹ ਨਿਮਾਣਾ ਜਿਹਾ ਯਤਨ ਕੀਤਾ ਹੈ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਨੂੰ ਇਸ ਪੱਖੋਂ ਦੇਖਣ ਦਾ। ਪੁਸਤਕ ਦਾ ਨਾਂ ਪੁਰਖ ਭਗਵੰਤ ਰੱਖਿਆ ਕਿਉਂਕਿ ਮੇਰੀ ਜਾਚੇ ਐਸੇ ਕਾਰਨਾਮੇ ਕੋਈ ਰੱਬੀ ਸ਼ਖਸੀਅਤ ਹੀ ਕਰ ਸਕਦੀ ਹੈ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਪਾਤਸ਼ਾਹੀ 10ਵੀਂ ਵਿੱਚ ਵਾਹ ਉਪਜਿਓ ਪੁਰਖ ਭਗਵੰਤ ਹੀ ਲਿਖਿਆ ਹੈ। ਗੁਰੂ ਮਿਹਰ ਸਦਕਾ ਹੀ ਮੈਂ 10 ਗੁਰੂ ਸਾਹਿਬਾਨ ਦੀਆਂ ਪਾਵਨ ਜੀਵਨੀਆਂ ਲਿਖ ਲਈਆਂ ਹਨ ਅਤੇ ਛੇਤੀ ਹੀ ਛਪ ਕੇ ਪਾਠਕਾਂ ਦੇ ਹੱਥ ਵਿੱਚ ਆ ਜਾਣਗੀਆਂ। ਇਸ ਤੋਂ ਪਹਿਲਾਂ ਗੁਰਭਾਰੀ ਜੀਵਨੀ ਗੁਰੂ ਹਰਗੋਬਿੰਦ ਜੀ ਬਲਿਓ ਚਿਰਾਗ ਨਾਂ ਦੀਆਂ ਪੁਸਤਕਾਂ ਪਾਠਕਾਂ ਨੇ ਬਹੁਤ ਸਲਾਹੀਆਂ ਹਨ ਅਤੇ ਮੈਨੂੰ ਆਸ ਹੈ ਕਿ ਇਹ ਜੀਵਨੀਆਂ ਗੁਰੂ ਪਾਤਸ਼ਾਹ ਦੇ ਸਰੂਪ ਜਾਣਨ ਵਿੱਚ ਚੋਖੀਆਂ ਸਹਾਇਤਾ ਕਰਨਗੀਆਂ। ਪੁਰਖ ਭਗਵੰਤ ਮੈਂ ਕਲਗੀਧਰ ਦੇ ਨੀਲੇ ਦੇ ਸੂਮਾਂ ਨੂੰ ਭੇਂਟ ਕਰ ਰਿਹਾ ਹਾਂ, ਜਿਨ੍ਹਾਂ ਦੀ ਥਾਪ ਨਾਲ ਵੈਰੀ ਤਰਹਿਕਦੇ ਸਨ ਅਤੇ ਨਿਮਾਣਿਆਂ ਨੂੰ ਸਾਹਸ ਮਿਲਦਾ ਸੀ। ਗੁਰੂ ਗੋਬਿੰਦ ਸਿੰਘ ਜੀ ਮਾਰਗ ਦੀ ਮਹਾਨ ਯਾਤਰਾ ਸਮੇਂ ਚਮਤਕਾਰ ਅਸਾਂ ਸਾਰਿਆਂ ਅੱਖੀ ਡਿੱਠਾ। ਜਿੱਥੇ ਵੀ ਹਜੂਰ ਸਾਹਿਬ ਤੋਂ ਆਏ ਹਜੂਰ ਦੇ ਨੀਲੇ ਲੰਘ ਗਏ ਲੋਕੀ ਸਦਕੇ ਹੀ ਹੁੰਦੇ ਗਏ। ਉਸ ਸਮੇਂ ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ ਸੀ ਕਿ ਜਦ ਆਪੂ ਨੀਲੇ ਦਾ ਸਵਾਰ ਦਰਸ਼ਨ ਦਿੰਦਾ ਹੋਵੇਗਾ ਲੁਕਾਈ ਦੀ ਕੀ ਦਸ਼ਾ ਹੁੰਦੀ ਹੋਵੇਗੀ। ਸਤਿਗੁਰ ਜਾਗਤਾ ਹੈ ਦੇਵ। ਮੈਨੂੰ ਇਹ ਲਿਖਣ ਵਿੱਚ ਰਤਾ ਵੀ ਸੰਕੋਚ ਨਹੀਂ ਕਿ ਇਹ ਜੀਵਨੀ ਲਿਖ ਹੀ ਨਾ ਸਕਦਾ ਜੇ ਪਹਿਲਗਾਮ ਮੈਨੂੰ ਸੁਖਾਵਾਂ ਵਾਤਾਵਰਨ ਸਰਦਾਰ ਜਗਤ ਸਿੰਘ ਜੀ, ਅੰਮੀ ਜੀ ਅਤੇ ਵੀਰ ਨਰਿੰਦਰ ਸਿੰਘ ਨਾ ਬਣਾ ਦਿੰਦੇ। ਇੱਥੇ ਆ ਕੇ ਜੋ ਸ਼ਾਂਤ ਅਤੇ ਇਕਾਂਤ ਮਿਲਦੀ ਹੈ ਉਸ ਦਾ ਰਸ ਸਾਲਾਂ ਬੱਧੀ ਬਣਿਆ ਰਹਿੰਦਾ ਹੈ। ਮੇਰੀ ਇਹੋ ਅਰਦਾਸ ਹੈ ਕਿ ਵਾਹਿਗੁਰੂ ਇਹ ਹਿੱਤ ਅਤੇ ਸਨੇਹ ਬਣਾਈ ਰੱਖੇ। ਘਰ ਗ੍ਰਹਿਣ ਜਸਪਾਲ ਜੀ ਦਾ ਵੀ ਮੈਂ ਰੀਣੀ ਹਾਂ, ਜਿਨ੍ਹਾਂ ਆਪਣੇ ਸੁੱਖ ਤਿਆਗ ਕੇ ਮੇਰੇ ਸੁੱਖ ਦਾ ਖਿਆਲ ਰੱਖਿਆ। ਇਸ ਪੁਸਤਕ ਦੀ ਛਪਾਈ ਸਰਦਾਰ ਮਹਿਤਾਬ ਸਿੰਘ ਜੀ ਨੇ ਬੜੇ ਚਾਅ ਨਾਲ ਕਰਕੇ ਮੈਨੂੰ ਧੰਨਵਾਦੀ ਬਣਾਇਆ ਹੈ। ਸਰਦਾਰ ਦਲੀਪ ਸਿੰਘ ਆਰਟਿਸਟ ਨੇ ਮੁੱਖ ਟਾਈਟਲ ਬਣਾ ਕੇ ਪੁਸਤਕ ਦੀ ਦੱਖ ਨੂੰ ਉਦਘਾੜਿਆ ਹੈ। ਮੈਂ ਉਹਨਾਂ ਦਾ ਰੀਣੀ ਹਾਂ। ਦਾਸ ਸਤਬੀਰ ਸਿੰਘ। ਕਲਗੀਧਰ ਦੇ ਨੀਲੇ ਦੇ ਸੂਮਾਂ ਨੂੰ। ਭਾਗ ਪਹਿਲਾ। ਵਹਿ ਪ੍ਰਗਟਿਓ ਪੁਰਖ ਭਗਵੰਤ। ਜੀਵਨ ਇੱਕ ਬਚਿੱਤਰ ਨਾਟਕ। ਗੁਰੂ ਗੋਬਿੰਦ ਸਿੰਘ ਜੀ ਪਹਿਲੇ ਪੁਰਸ਼ ਹਨ ਜਿਨ੍ਹਾਂ ਆਪਣੀ ਆਤਮ ਕਥਾ ਕਵਿਤਾ ਵਿੱਚ ਲਿਖੀ। ਉਹ ਪਹਿਲੇ ਗੁਰੂ ਹਨ ਜਿਨ੍ਹਾਂ ਆਪਣੀ ਜਨਮ ਸਾਖੀ ਦੇ ਕੁਝ ਹਿੱਸੇ ਆਪਣੇ ਹੱਥੀਂ ਲਿਖੇ।
ਫਿਰ ਉਹ ਪਹਿਲੇ ਪੈਗੰਬਰ ਹਨ ਜਿਨ੍ਹਾਂ ਜਨਮ ਤੋਂ ਪਹਿਲਾਂ ਦੇ ਹਾਲਾਤ ਤੋਂ ਆਪਣੀ ਜੀਵਨ ਗਾਥਾ ਆਰੰਭ ਕੀਤੀ। ਗੁਰੂ ਪਾਤਸ਼ਾਹ ਨੇ ਇਸ ਕਹਾਣੀ ਦਾ ਨਾਂ ਬਚਿੱਤਰ ਨਾਟਕ ਰੱਖਿਆ। ਸੱਚਮੁੱਚ ਉਹਨਾਂ ਦਾ ਜੀਵਨ ਬਚਿੱਤਰ ਹੈ। ਉਹਨਾਂ ਦੇ ਜੀਵਨ ਕਾਲ ਵਿੱਚ ਵਾਪਰੀ ਹਰ ਘਟਨਾ, ਸਾਖੀ ਅਤੇ ਵਾਰਤਾ ਅਸਚਰਜ ਹੈ ਅਤੇ ਪੜ੍ਹਨ ਸੁਣਨ ਵਾਲੇ ਨੂੰ ਵੀ ਵਿਸਮਾਦ ਵਿੱਚ ਲੈ ਜਾਂਦੀ ਹੈ। ਠੀਕ ਅਤੇ ਸੱਚੀ ਗੱਲ ਇਹ ਹੈ ਕਿ ਹੋਰ ਪੈਗੰਬਰ ਜਿਸ ਉਮਰੇ ਆਪਣਾ ਸੰਗਰਾਮ ਆਰੰਭ ਕਰਦੇ ਹਨ, ਗੁਰੂ ਗੋਬਿੰਦ ਸਿੰਘ ਜੀ ਉਸ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਪ੍ਰਭੂ ਦਰ ਇਹ ਬੇਨਤੀਆਂ ਵੀ ਕਰਨ ਲੱਗ ਪਏ ਸਨ ਕਿ ਸ਼ਸਤਰਨ ਹੂੰ ਅਤ ਹੀ ਰਣ ਭੀਤਰ ਜੂਝ ਮਰੋ ਤਉ ਸਾਜ ਭਤੀਜੇ। ਦਸ਼ਮੇਸ਼ ਪਿਤਾ ਜੀਵਨ ਭਰ ਸੰਸਾਰ ਦੇ ਵੱਡੇ ਪਿੜ ਵਿੱਚ ਹੰਢੇ ਹੋਏ ਖਿਲਾੜੀਆਂ ਵਾਂਗ ਖੇਡਦੇ ਰਹੇ। ਗੁਰੂ ਨਾਨਕ ਜੀ ਨੇ ਜਗਤ ਨੂੰ 3 ਐਕਟ ਦਾ ਡਰਾਮਾ ਕਿਹਾ ਹੈ, ਜਿਸ ਵਿੱਚ ਹਰਖ, ਸੋਗ ਅਤੇ ਵਿਰਾਗ ਦੇ 3 ਅੰਗ ਹਨ। ਇਸ ਖੇਡ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ ਅਤੇ ਜਾਣਦਾ ਉਹ ਹੈ ਜਿਸ ਨੂੰ ਪ੍ਰਭੂ ਆਪੂ ਸਮਝਾਵੇ। ਹਰਖ, ਸੋਗ, ਵਿਰਾਗ ਆਨੰਦੀ ਖੇਲ ਰੀ ਦਿਖਾਓ। ਗੁਰੂ ਗੋਬਿੰਦ ਸਿੰਘ ਜੀ ਦੇ ਉਚਾਰੇ ਸ਼ਬਦ ਇਸ ਵਾਕ ਦੀ ਵਿਆਖਿਆ ਹੀ ਕਰਦੇ ਹਨ। ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਭਗਤ ਨਾਮਦੇਵ ਜੀ ਨੇ ਇਸ ਸੰਸਾਰ ਨੂੰ ਤ੍ਰਿਸ਼ੰਦੇ ਦਾ ਖੇਲ ਆਖਿਆ ਹੈ। 3 ਛੰਦੇ ਖੇਲ ਆਛੇ। ਇਸ ਜਗਤ ਤਮਾਸ਼ੇ ਵਿੱਚ ਪ੍ਰਭੂ ਨੇ ਆਪੂ ਬਰਕਤਾਂ ਦੇ ਕੇ ਦੁਸ਼ਟ ਦਮਨ ਨੂੰ ਭੇਜਿਆ। ਜਿਵੇਂ ਗੁਰੂ ਨਾਨਕ ਪ੍ਰਤੀ ਅਕਾਲ ਪੁਰਖ ਦੇ ਬਚਨ ਆਦਿ ਅਤੇ ਪੁਰਾਤਨ ਜਨਮ ਸਾਖੀਆਂ ਵਿੱਚ ਸਾਂਭੇ ਹੋਏ ਮਿਲ ਜਾਂਦੇ ਹਨ, ਤਿਵੇਂ ਬਚਿੱਤਰ ਨਾਟਕ ਵਿੱਚ ਅਕਾਲ ਪੁਰਖ ਬਾਂਝ ਸੁਰੱਖਿਅਤ ਕਰ ਰੱਖਿਆ ਹੋਇਆ ਹੈ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ, ਪਰਮੇਸ਼ਵਰ ਦੇ ਸੇਵਕ ਗੁਰੂ ਨਾਨਕ ਜੀ ਨੂੰ ਪਰਮਾਤਮਾ ਪਾਸ ਲੈ ਗਏ ਤਾਂ ਅੰਮ੍ਰਿਤ ਦਾ ਕਟੋਰਾ ਭਰ ਭਰ ਆਗਿਆ ਨਾਲ ਮਿਲਿਆ ਅਤੇ ਪਿਲਾਓ। ਹੁਕਮ ਹੁਆ ਨਾਨਕ ਇਹ ਅੰਮ੍ਰਿਤ ਨਾਮ ਕਾ ਪਿਆਲਾ ਹੈ, ਪੀਓ ਤੇ ਪਿਲਾਓ। ਤਬ ਗੁਰੂ ਨਾਨਕ ਤਸਲੀਮ ਕੀਤਾ, ਪਿਆਲਾ ਪੀਤਾ, ਸਾਹਿਬ ਮਿਹਰਬਾਨ ਹੁਆ, ਬਚਨ ਕੀਤਾ, ਨਾਨਕ ਮੈਂ ਤੇਰੇ ਕੋਲ ਹਾਂ, ਮੈਂ ਤੇਰੀ ਤਾਂ ਹੀ ਨਿਹਾਲ ਕੀਆ ਹੈ। ਤੂੰ ਜਾਏ ਕਰ ਨਾਮ ਜਪ ਅਤੇ ਲੋਕਾਂ ਥੀ ਪੀ ਜਪਾਏ। ਸਾਰੇ ਸੰਸਾਰ ਥੀ ਨਿਰਲੇਪ ਰਹੋ, ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ। ਫਿਰ ਜਦ ਪ੍ਰਭੂ ਹਜ਼ੂਰੀ ਤੋਂ ਵਾਪਸ ਹੋਣ ਲੱਗੇ ਤਾਂ ਫਿਰ ਬਚਨ ਕੀਤਾ, ਨਾਨਕ ਤੂੰ ਮੇਰਾ ਹੁਕਮ ਪਛਾਤਾ ਹੈ, ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ। ਆਦਿ ਸਾਖੀਆਂ, ਜਿਸ ਨੂੰ ਸ਼ੰਭੂਨਾਥ ਵਾਲੀ ਜਮਨ ਪੱਤਰੀ ਬਾਬੇ ਨਾਨਕ ਜੀ ਕੀ ਵੀ ਕਿਹਾ ਜਾਂਦਾ ਹੈ, ਵਿੱਚ ਪਹਿਲੀ ਸਾਖੀ ਹੈ। ਪ੍ਰਭੂ ਨਾਲ ਵਾਰਤਾਲਾਪ ਹੈ। ਉਸ ਦੇ ਆਰੰਭ ਦੇ ਸ਼ਬਦ ਹਨ, ਏਕ ਦਿਨ ਬਾਬੇ ਨਾਨਕ ਕਉ ਬਾਣੀ ਆਈ, ਜੀ ਨਾਨਕ ਮੇਰੇ ਪਾਸ ਆਓ। ਤਾਂ ਬਾਬੇ ਨਾਨਕ ਕਿਹਾ, ਇਹ ਸੱਚੇ ਪਾਤਸ਼ਾਹ ਮੈਂ ਜੀ ਆਵਾਂ ਤੇਰੇ ਪਾਸ, ਇਤਨੀ ਕੁ ਮੈਨੂੰ ਪਹੁੰਚ ਨਾਹੀਂ ਜੇ ਤੇਰੇ ਦਰਗਾਹ ਆਵਾਂ। ਬਾਬਾ ਨਿਰੰਕਾਰ ਕੇ ਮਹਿਲ ਜਾਏ ਖੜਾ ਕੀਤਾ, ਫਿਰ ਨਿਰੰਕਾਰ ਕੀ ਆਗਿਆ ਆਈ। ਨਾਨਕ ਤੁਧ ਨੂੰ ਮੇਰਾ ਕਰਮ ਖੁਸ਼ੀ ਹੈ, ਮੈਂ ਤੁਧ ਉਪਰ ਮਿਹਰਬਾਨ ਹਾਂ। ਜੋ ਮੇਰਾ ਨਾਉ ਸੋ ਤੇਰਾ ਨਾਉ, ਮੇਰਾ ਨਾਉ ਸਤਿਗੁਰ ਪੁਰਖ ਹੈ, ਤੇਰਾ ਨਾਉ ਜਗਤ ਗੁਰੂ ਕੀਤਾ। ਜਾਹੇ ਨਾਨਕ ਮੈਂ ਤੇਰਾ ਇੱਕ ਪੰਥ ਕੀਤਾ। ਉਹਨਾਂ ਕੋ ਭਗਤੀ ਕੋ ਦ੍ਰਿੜਾਵਣੀ, ਧਰਮ ਦ੍ਰਿੜਾਵਣਾ, ਗ੍ਰਹਿਸਤ ਵਿੱਚ ਬੈਰਾਗੀ ਕਰਨੇ, ਉਦਾਸੀ ਕਰਨੇ ਨਾਹੀਂ। ਮੇਰੇ ਮਾਰਗ ਕੀ ਇਹ ਹੀ ਨਿਸ਼ਾਨੀ ਹੈ, परमेश्वर जपावना, परमेश्वर का सिमरन, नाम दान इशनान दया धर्म रहना, संजम रखने, घाल कमाए खाना, निर्लोभ रहना, सतवादी होवना, झूठ ना ही बोलना, झूठ की भगत थाए नहीं पाउंदी, सच की भगत थाए पाउंदी है, विख्या नहीं संचावनी, आया चलाया एक टेक मेरे नाम की करनी, टेक दूजी ना ही करनी, तुद उपर मेरा कर्म है, तू सो हाउ सो तू, मेरे नावे बिन कुछ होर विचार करना नहीं। तो बाबे नानक डंडौत बंदना करके चरण बंदना करके विदा हुआ। तो फिर इस युग के मनुखा को तारण की निमित्त इहाँ आया, आए कै इहाँ रचना रची, वाहिगुरु सतगुरु शब्द गुरु करण कारण, समरथ गुर जिन कै प्रसाद सच दिड़िया। ਇਹ ਵਰ ਲੈ ਕੇ ਆਏ ਸਨ ਗੁਰੂ ਨਾਨਕ ਦੇਵ ਜੀ ਕਿ ਤੇਰੇ ਵਿੱਚ ਸਾਰਾ ਧਰਮ ਮੇਰਾ ਧਰਮ ਹੋਵੇਗਾ ਅਤੇ ਤੇਰੇ ਸਾਰੇ ਕਰਮ ਮੇਰੇ ਹੋਣਗੇ ਅਤੇ ਕੋਈ ਲੇਪ ਛੇਪ ਨਹੀਂ ਹੋਣ ਲੱਗਾ। ਦਸ਼ਮੇਸ਼ ਪਿਤਾ ਦੀ ਜਨਮ ਸਾਖੀ ਉੱਥੋਂ ਆਰੰਭ ਹੈ ਜਿੱਥੇ ਹੇਮਕੁੰਡ ਪਰਬਤ ਹੈ ਅਤੇ 7 ਚੋਟੀਆਂ ਹਨ। ਉੱਥੇ ਹੀ ਪੁਰਖ ਭਗਵੰਤ ਰੂਪ ਹੋਏ ਜਿਨ੍ਹਾਂ ਨੂੰ
ਦਵੈ ਅਤੇ ਏਕ ਰੂਪ ਲਿਖਿਆ ਹੈ। ਉਸ ਆਨੰਦ ਵਿੱਚ ਟਿਕਿਆ ਹੀ ਦਸ਼ਮੇਸ਼ ਪਿਤਾ ਨੂੰ ਅਕਾਲ ਪੁਰਖ ਨੇ ਸੰਬੋਧਨ ਕਰਦੇ ਹੋਏ ਕਿਹਾ, ਸੰਸਾਰ ਤੇ ਜਾਓ। ਦਸ਼ਮੇਸ਼ ਪਿਤਾ ਜੀ ਉਸ ਆਨੰਦਮਈ ਇੱਕ ਰਸ ਅਵਸਥਾ ਨੂੰ ਛੱਡਣ ਲਈ ਤਿਆਰ ਨਹੀਂ ਸਨ, ਪਰ ਜਦ ਅਕਾਲ ਪੁਰਖ ਨੇ ਜਗਤ ਦੀ ਮੂਲੋਂ ਵਿਗੜੀ ਦਸ਼ਾ ਸੁਣਾਈ ਤਾਂ ਉਹ ਹੁਕਮ ਮੰਨ ਸੰਸਾਰ ਤੇ ਆਏ। ਅਕਾਲ ਪੁਰਖ ਦੇ ਵਾਕਾਂ ਨੂੰ ਧਿਆਨ ਨਾਲ ਪੜ੍ਹਨ ਨਾਲ ਆਦਿ ਸਾਖੀ ਦੇ ਬਚਨਾਂ ਦੀ ਮਹੱਤਤਾ ਪ੍ਰਗਟ ਹੋ ਜਾਏਗੀ। ਪ੍ਰਭੂ ਨੇ ਕਿਹਾ, ਸਭ ਤੋਂ ਪਹਿਲਾਂ ਮੈਂ ਦੈਂਤਾਂ ਨੂੰ ਭੇਜਿਆ। ਦੈਂਤ ਆਪਣੀ ਸਰੀਰਕ ਸ਼ਕਤੀ ਨੂੰ ਪਾ ਕੇ ਹੰਕਾਰ ਵਿੱਚ ਅਫਰ-ਅਫਰ ਫਿਰਨ ਲੱਗੇ। ਉਹ ਸਿਰਫ ਸ਼ਕਤੀ ਦੇ ਹੀ ਪੁਜਾਰੀ ਹੋ ਗਏ। ਸ਼ਕਤੀ ਦੇ ਸੋਮੇ ਨੂੰ ਉਹ ਭੁੱਲ ਬੈਠੇ। ਅਜਿਹੀ ਦੁਰਦਸ਼ਾ ਹੋ ਗਈ ਕਿ ਉਹਨਾਂ ਨੂੰ ਨਾਸ਼ ਕਰਨ ਤੋਂ ਬਗੈਰ ਕੋਈ ਰਾਹ ਨਾ ਰਿਹਾ। ਉਹਨਾਂ ਨੂੰ ਮਾਰ ਮੁਕਾਇਆ ਅਤੇ ਦੇਵਤੇ ਉਪਜਾਏ। ਛੇਤੀ ਹੀ ਦੇਵਤਿਆਂ ਵੀ ਸ਼ਕਤੀ ਦਾ ਸਹਾਰਾ ਲੈਣਾ ਆਰੰਭ ਕਰ ਦਿੱਤਾ। ਦੇਵਤੇ ਸਭ ਸ਼ਕਤੀ ਦਾ ਮਾਲਕ ਆਪਣੇ ਆਪ ਨੂੰ ਹੀ ਸਮਝਣ ਲੱਗ ਪਏ, ਇੱਥੋਂ ਤੱਕ ਕਿ ਉਹਨਾਂ ਆਪਣੀ ਪੂਜਾ ਹੀ ਕਰਾਉਣੀ ਆਰੰਭ ਕਰ ਦਿੱਤੀ। ਕਈ ਆਪਣੇ ਆਪ ਨੂੰ ਮਹਾਦੇਵ ਅਖਵਾਉਣ ਲੱਗ ਪਏ। ਉਹਨਾਂ ਨੂੰ ਪੂਜਾ ਕਰਾਉਂਦੇ ਦੇਖ ਕੇ ਮੈਂ ਇਸ ਸਿੱਟੇ ਤੇ ਪੁੱਜਾ ਕਿ ਹੁਣ ਐਸੇ ਜੀਵ ਭੇਜੇ ਜਾਣ ਜੋ ਮੇਰੀ ਸਾਂਖ ਭਰਨ ਅਤੇ ਆਪਾ ਨਾ ਜਨਾਉਣ। 108 ਸਾਕਸ਼ੀ ਭੇਜੋ, ਜਿਨ੍ਹਾਂ ਕੁਝ ਚਿਰ ਮੇਰੀ ਹੋਂਦ ਦੀ ਸਾਖੀ ਜ਼ਰੂਰ ਭਰੀ, ਪਰ ਛੇਤੀ ਹੀ ਉਹ ਭੁੱਲ ਵੀ ਗਏ ਅਤੇ ਆਪਣੀ ਆਪਣੀ ਪੂਜਾ ਕਰਾਉਣ ਲੱਗ ਪਏ। ਉਹਨਾਂ ਦੀ ਦੇਖਾ ਦੇਖੀ ਹਰ ਉਸ ਵਸਤੂ ਦੀ ਪੂਜਾ ਹੋਣ ਲੱਗੀ ਜਿਸ ਵਿੱਚ ਰਤਾ ਭਰ ਸ਼ਕਤੀ ਸੀ। ਸੂਰਜ, ਚੰਦ, ਅੱਗ, ਪਾਣੀ, ਪੱਥਰ, ਵਾਯੂ ਅਤੇ ਵਰੁਣ ਦੀ ਪੂਜਾ ਘਰ ਘਰ ਹੋਣ ਲੱਗੀ। ਇਹ ਦੁਰਦਸ਼ਾ ਦੇਖ ਹੀ ਮਨੁੱਖ ਨੂੰ ਪੈਦਾ ਕੀਤਾ, ਪਰ ਮਨੁੱਖ ਵੀ ਛੇਤੀ ਹੀ ਸਵਾਰਥ ਵਿੱਚ ਪੈ ਕੇ ਰਚਨਹਾਰ ਹੀ ਭੁਲਾ ਬੈਠਾ। ਇਹ ਸੋਚ ਸਿੱਧ ਅਤੇ ਫਿਰ ਸਾਧੂ ਥਾਪੇ, ਪਰ ਉਹ ਵੀ ਹਉ ਵਿੱਚ ਐਸੇ ਉਲਝੇ ਕਿ ਮੈਨੂੰ ਨਾ ਪਛਾਣਿਆ ਅਤੇ ਮਹਾਂਪੁਰਖ ਦੀ ਕਿਸੇ ਸਾਰ ਹੀ ਨਾ ਲਈ। ਵੈਰ, ਵਿਰੋਧ ਅਤੇ ਹੰਕਾਰ ਜ਼ੋਰਾਂ ਤੇ ਹੋ ਗਿਆ। ਹਰ ਪਾਸੇ ਹਿੰਮੇ ਦੇ ਤੰਦੂਰ ਤਪਣ ਲੱਗੇ। ਇੰਜ ਹੋਆ ਜਿਵੇਂ ਜੰਗਲ ਵਿੱਚ ਬ੍ਰਿਛ ਆਪਸ ਵਿੱਚ ਲੜ ਲੜ ਖਹਿ ਖਹਿ ਜੰਗਲ ਨੂੰ ਹੀ ਅੱਗ ਲਗਾ ਦਿੰਦੇ ਹਨ। ਕਈਆਂ ਆਪਣੇ ਰਾਜ ਬਣਾ ਲਏ ਅਤੇ ਕਈ ਰਿਸ਼ੀ ਬਣ ਬੈਠੇ। ਰਾਜਿਆਂ ਆਪਣੇ ਕਾਨੂੰਨ ਬਣਾ ਲਏ ਅਤੇ ਰਿਸ਼ੀਆਂ ਨੇ ਆਪਣੀਆਂ ਆਪਣੀਆਂ ਅੱਡ ਅੱਡ ਮਰਿਆਦਾਵਾਂ। ਉਹਨਾਂ ਵਿੱਚੋਂ ਹੀ ਇੱਕ ਦੱਤਾਤਰੇ ਪੈਦਾ ਹੁਆ। ਉਸਨੇ ਆਪਣੀ ਮਤ ਮਰਿਆਦਾ ਦਾ ਇਤਨਾ ਪ੍ਰਚਾਰ ਕੀਤਾ ਕਿ ਪ੍ਰਭੂ ਦੀ ਬੰਦਗੀ ਤਾਂ ਸਾਰਿਆਂ ਨੂੰ ਹੀ ਭੁੱਲ ਗਈ। ਰੀਤਾਂ ਰਿਵਾਜਾਂ ਅਤੇ ਰਸਮਾਂ ਦੀ ਜੈ ਹੋਣ ਲੱਗੀ। ਫਿਰ ਮੁਹੰਮਦ ਭੇਜਿਆ, ਉਸ ਵੱਖ ਸ਼ਰ੍ਹਾ ਸ਼ੁਰੂ ਕਰ ਦਿੱਤੀ। ਫਿਰ ਗੋਰਖ ਅਤੇ ਰਾਮਾਨੰਦ ਆਏ, ਉਹਨਾਂ ਵੀ ਪੁਰਾਣਾ ਰਾਹ ਨਾ ਛੱਡਿਆ। ਜਿਸ ਕਿਸੇ ਨੂੰ ਭੇਜਿਆ, ਜੇ ਕੋਈ ਹੋਤ ਭਇਓ ਜਗ ਸਿਆਣਾ, ਤਿੰਨ ਤਿੰਨ ਆਪਣੋ ਪੰਥ ਚਲਾਣਾ, ਸਭ ਆਪਣੀ ਆਪਣੀ ਉਰਝਾਣਾ, ਪਾਰ ਬ੍ਰਹਮ ਕਾਹੂ ਨਾ ਪਛਾਣਾ, ਪੇੜ ਪਾਤ ਆਪਣ ਤੇ ਜਲੇ, ਪ੍ਰਭ ਕੇ ਪੰਥ ਨਾ ਕੋਊ ਚਲੇ। ਇਸ ਆਪ ਹੁਦਰੀ ਪੰਥ ਤੋਂ ਖੁੰਝੀ ਦਰਦਨਾਕ ਦਸ਼ਾ ਦਾ ਹੋਣਾ ਦੱਸ ਕੇ ਅਕਾਲ ਪੁਰਖ ਨੇ ਦਸ਼ਮੇਸ਼ ਨੂੰ ਕਿਹਾ, ਹੁਣ ਆਪਣੀ ਸ਼ਕਤੀ ਤੈਨੂੰ ਦਿੱਤੀ, ਸੰਸਾਰ ਨੂੰ ਠੀਕ ਰਾਹ ਪੰਥ ਦ੍ਰਿੜ ਕਰਾਓ। ਜਿੱਥੇ ਵੀ ਜਾਓ ਧਰਮ ਨੂੰ ਫੈਲਾਓ ਅਤੇ ਨੀਵੀਆਂ ਮਾੜੀਆਂ ਰੁਚੀਆਂ ਤੋਂ ਲੋਕਾਂ ਨੂੰ ਵਰਜੋ। ਅਕਾਲ ਪੁਰਖ ਬਾਂਚ ਚੁਪਈ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕਹੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਇਸੇ ਦੀ ਵਿਆਖਿਆ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਆਪਣੇ ਸ਼ਬਦਾਂ ਵਿੱਚ ਕੀਤੀ। ਉਹ ਫਰਮਾਉਂਦੇ ਹਨ, ਜੋ ਪ੍ਰਭੂ ਨੇ ਕਿਹਾ ਉਹ ਹੀ ਕਰਾਂਗਾ। ਕਿਸੇ ਨਾਲ ਜਾਤੀ ਵੈਰ ਨਹੀਂ ਹੈ। ਜੋ ਮੈਨੂੰ ਪਰਮੇਸ਼ਵਰ ਆਖਣਗੇ ਉਹ ਹੀ ਨਰਕਾਂ ਦੀ ਅੱਗ ਵਿੱਚ ਸੜਨਗੇ। ਮੈਂ ਤਾਂ ਉਹਨਾਂ ਦਾ ਨਿਮਾਣਾ ਜਿਹਾ ਸੇਵਕ ਹਾਂ। ਉਹ ਹੀ ਆਖਾਂਗਾ ਜੋ ਉਸਨੇ ਕਹਿਣ ਲਈ ਭੇਜਿਆ ਹੈ। ਕਿਸੇ ਸੰਸਾਰੀ ਅਤੇ ਵਿਹਾਰੀ ਡਰ ਤੋਂ ਆਪਣੀ ਆਵਾਜ਼ ਬੰਦ ਜਾਂ ਬਦਲਾਵਾਂਗਾ ਨਹੀਂ। ਮੈਨੂੰ ਕਿਸੇ ਤੋਂ ਭੈ ਨਹੀਂ ਅਤੇ ਨਾ ਹੀ ਕੋਈ ਲਾਲਚ ਹੈ। ਸਿਰਫ ਇਸ ਕਾਰਨ ਸੰਸਾਰ ਤੇ ਆਇਆ ਹਾਂ ਕਿ ਉਸ ਦੀ ਵਡਿਆਈ ਦ੍ਰਿੜ ਕਰਾ ਸਕਾਂ, ਧਰਮ ਦਾ ਪਸਾਰ ਅਤੇ ਜੈਕਾਰ ਕਰਾਂ, ਭਲੇ ਪੁਰਸ਼ਾਂ ਦੀ ਸਦੀਵੀ ਰੱਖਿਆ ਦਾ ਪ੍ਰਬੰਧ ਹੋ ਜਾਵੇ ਅਤੇ ਉਹ ਜੋ ਇਲਤਾਂ ਦੇ ਸਹਾਰੇ ਟੁਰਦੇ ਫਿਰਦੇ ਰਹਿੰਦੇ ਹਨ ਮੁੱਕ ਜਾਣ। ਜਿਮ ਤਿੰਨ ਕਹੀ ਤਿਨੇ ਤਿਮ ਕਹਿਓ, ਔਰ ਕਿਸ ਤੇ बैर न गह्यो, जो हमको परमेश्वर उचरे ते सब नरक कुंड मह पर है। मोको दास तवन का जानो, या मैं भेद न रंच पछाणो। मैं हो परम पुरख को दासा, देखण आयो जगत तमाशा। जो प्रभ जगत कहाँ सो कह्यो, मृत लोक ते मोन न रह्यो। चौपाई, हम एह काज जगत मोह आए, धर्म हेत गुरदेव पठाए। जहाँ तहाँ तुम धर्म बिथारो, दुष्ट दोखन पकर पछारो। यही काज धरा हम जन्म, समझ लेहे साधु सब मनम। धर्म चलावन संत उबारन,
ਦੁਸ਼ਟ ਸਭਨ ਕੋ ਮੂਲ ਉਪਾਰਨ। ਕਲਗੀਧਰ ਦਾ ਕਥਨ ਸੀ, ਫੋਕਟ ਧਰਮ ਵਿਸਾਰ ਸਭੇ ਕਰਤਾਰ ਹੀ, ਕਹੋ ਕਰਤਾ ਜੀ ਜਾਣਿਓ। ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਬੋਲ ਰਹੀ ਸੀ, ਹਾਥ ਹਿਲਾਏ ਸੁਰਗ ਨਾ ਜਾਹੂੰ, ਜੋ ਮਨ ਜੀਤ ਸਕਾ ਨਹੀਂ ਕਾਹੂੰ। ਇਹ ਸਾਰੀ ਲਿਖਤ ਪ੍ਰਗਟ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਿਰੋਲ ਵਾਹਿਗੁਰੂ ਦੇ ਨਾਮ ਦਾ ਢਿੰਡੋਰਾ ਦੇਣ ਲਈ ਆਏ ਸਨ। ਸੰਸਾਰ ਵਿੱਚ ਦੈਂਤ ਰੁਚੀ, ਦੇਵ ਰੁਚੀ, ਪੁੱਠੀ ਰੁਚੀ, ਰੀਤ ਰਸਮ ਅਤੇ ਸ਼ਰ੍ਹਾ ਦਾ ਜ਼ੋਰ ਸੀ। ਧਰਮ ਨਾਂ ਦੀ ਚੀਜ਼ ਵਿੱਚੋਂ ਨਹੀਂ ਸੀ। ਜਿੱਥੇ ਵੀ ਹੈ ਸੀ ਉੱਥੇ ਆਪਣੀ ਹੋਂਦ ਦੀ ਇਤਨੀ ਪਕੜ ਸੀ ਕਿ ਪ੍ਰਭੂ ਵਿੱਚੋਂ ਕੱਢ ਹੀ ਦਿੱਤਾ ਗਿਆ ਸੀ। ਰਸੂਲ ਵੱਲ ਬਹੁਤਾ ਧਿਆਨ ਸੀ, ਅਸੂਲ ਤੇ ਪੈਗਾਮ ਵੱਲ ਉੱਕਾ ਵੀ ਨਹੀਂ ਸੀ। ਜੀਵਨ ਭਰ ਗੁਰੂ ਨੇ ਇਸ ਪਾਸੇ ਦਾ ਸੰਘਰਸ਼ ਕੀਤਾ ਅਤੇ ਫਿਰ ਧਰ ਤੇਜ ਕਰਾਰਾ ਵਾਹਿਗੁਰੂ ਜੀ ਕਾ ਖਾਲਸਾ ਸਾਜ ਕੇ ਆਪੂ ਚੇਲਾ ਬਣ ਆਪਾ ਵੀ ਸੰਕੋਚ ਲਿਆ। ਭਾਈ ਗੁਰਦਾਸ ਜੀ ਨੇ ਰਾਮਕਲੀ ਵਾਰ ਪਾਤਸ਼ਾਹੀ 10ਵੀਂ ਕੀ ਵਿੱਚ ਇਸੇ ਇੱਕ ਪੱਖ ਨੂੰ ਉਜਾਗਰ ਕੀਤਾ ਹੈ ਅਤੇ ਇਸੇ ਨੂੰ ਉਜਾਗਰ ਕਰਨ ਦੀ ਲੋੜ ਸੀ। ਪਟਨਾ ਸ਼ਹਿਰ ਵਿਖੇ ਭਵ ਲਿਓ। ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਨ। ਜਦ ਕਰਤਾਰਪੁਰ ਦੀ ਜੰਗ ਹੋਈ ਤਾਂ ਗੁਰੂ ਹਰਗੋਬਿੰਦ ਜੀ ਨੇ ਆਪਣੇ ਛੋਟੇ ਬੇਟੇ ਨੂੰ ਤਲਵਾਰ ਦੇ ਜੋਹਰ ਦਿਖਾਉਂਦੇ ਦੇਖ ਫਰਮਾਇਆ ਸੀ, ਤੂੰ ਤਿਆਗ ਮੱਲ ਤਾਂ ਨਹੀਂ, ਤੇਗ ਬਹਾਦਰ ਹੈ। ਆਪ ਜੀ ਦਾ ਨਾਂ ਤੇਗ ਬਹਾਦਰ ਹੀ ਪੱਕ ਗਿਆ। ਜੰਗ ਉਪਰੰਤ ਆਪ ਦੀ ਰੁਚੀ ਐਸੀ ਬਦਲੀ ਕਿ ਉਪਰਾਮ ਹੀ ਹੋ ਗਏ। ਮਾਤਾ ਨਾਨਕੀ ਨਾਲ ਬਾਬਾ ਬਕਾਲਾ ਨਾਨਕੇ ਪੁੱਜੇ। ਮਾਤਾ ਗੁਜਰੀ ਜੀ ਵੀ ਉਹਨਾਂ ਨਾਲ ਹੀ ਆ ਟਿਕੇ। ਗੁਰੂ ਹਰਗੋਬਿੰਦ ਜੀ ਗੁਰਗੱਦੀ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਨੂੰ ਦੇ ਕੇ ਮਾਰਚ 3, 1644 ਈਸਵੀ ਐਤਵਾਰ ਨੂੰ ਜੋਤੀ ਜੋਤ ਸਮਾ ਗਏ। ਮਾਤਾ ਨਾਨਕੀ ਜੀ ਨੇ ਜਦ ਗੁਰੂ ਤੇਗ ਬਹਾਦਰ ਜੀ ਤੇ ਬਖਸ਼ਿਸ਼ ਕਰਨ ਲਈ ਕਿਹਾ ਤਾਂ ਆਪ ਜੀ ਨੇ ਇੱਕ ਰੁਮਾਲ, ਪੋਥੀ ਅਤੇ ਕਟਾਰ ਦਿੱਤੀ। ਗੁਰੂ ਤੇਗ ਬਹਾਦਰ ਨੇ ਸਾਧਨਾ ਅਤੇ ਅਰਾਧਨਾ ਨਾਲ ਉਸੇ ਰੁਮਾਲ ਨੂੰ ਇਤਨਾ ਵਧਾਇਆ ਕਿ ਉਹ ਚਾਦਰ ਹੋ ਨਿਬੜੀ ਅਤੇ ਆਪ ਜੀ ਹਿੰਦ ਦੀ ਚਾਦਰ ਕਰਕੇ ਸਤਿਕਾਰੇ ਜਾਣ ਲੱਗੇ। ਇਸ ਕਟਾਰ ਨੇ ਤੇਗ ਬਣ ਇਸਲਾਮ ਦੇ ਪੱਥੇ ਵਿੱਚ ਖੰਦਗੇ ਆਖਰੀ ਨੂੰ ਖੁੰਡਾ ਕੀਤਾ। ਗੁਰੂ ਹਰ ਰਾਏ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ 17 ਸਾਲ ਤੱਕ ਨਿਭਾਇਆ। 1658 ਨੂੰ ਔਰੰਗਜ਼ੇਬ ਨੇ ਦਾਰਾ ਮੁਰਾਦ ਦੇ ਸੁਝਾਅ ਆਪਣੇ ਭਰਾਵਾਂ ਨੂੰ ਮਾਰ ਕੇ ਤਖਤ ਸੰਭਾਲ ਲਿਆ ਅਤੇ ਨਾਲ ਹੀ ਨਵੀਂ ਕਰੜੀ ਧਾਰਮਿਕ ਨੀਤੀ ਦਾ ਐਲਾਨ ਕਰ ਦਿੱਤਾ। ਗੁਰੂ ਹਰ ਰਾਏ ਜੀ ਨੇ ਜਿਸ ਦ੍ਰਿੜਤਾ ਨਾਲ ਬਦਲੇ ਹੋਏ ਹਾਲਾਤ ਵਿੱਚ ਜਥੇਬੰਦੀ ਨੂੰ ਕਾਇਮ ਰੱਖਿਆ, ਉਹ ਨਿਰੋਲ ਉਹਨਾਂ ਦੇ ਹੀ ਹਿੱਸੇ ਆਇਆ ਹੈ। ਉਹਨਾਂ ਦੇ ਵੱਡੇ ਸਪੁੱਤਰ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਦਰਬਾਰ ਉਸ ਦੀ ਪੁੱਛ ਕਿ ਤੁਸੀਂ ਮਿੱਟੀ ਮੁਸਲਮਾਨ ਕੀ ਪੈੜੇ ਪਈ ਕੁਮਾਰ ਕਿਉਂ ਪੜ੍ਹਦੇ ਹੋ ਦੇ ਉੱਤਰ ਵਿੱਚ ਕਮਜ਼ੋਰੀ ਅਤੇ ਖੁਸ਼ਾਮਦ ਦੇ ਬਚਨ ਆਖ ਦਿੱਤੇ ਕਿ ਅਸੀਂ ਇਹ ਤਾਂ ਨਹੀਂ ਪੜ੍ਹਦੇ, ਅਸੀਂ ਤਾਂ ਮਿੱਟੀ ਬੇਈਮਾਨ ਪੜ੍ਹਦੇ ਹਾਂ। ਤਾਂ ਗੁਰੂ ਹਰ ਰਾਏ ਜੀ ਨੇ ਉਸ ਸਮੇਂ ਕਿਹਾ ਕਿ ਛੋਟੀ ਮੱਤ ਵਾਲੇ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਸੱਚਾ ਪਾਤਸ਼ਾਹ ਹੈ ਅਤੇ ਪਾਤਸ਼ਾਹ ਦੇ ਫਰਮਾਨ ਨੂੰ ਬਦਲਾਉਣ ਦਾ ਹੱਕ ਕਿਸੇ ਨੂੰ ਨਹੀਂ। ਹੁਕਮ ਦੇ ਦਿੱਤਾ ਕਿ ਉਹ ਮੇਰੇ ਮੱਥੇ ਨਾ ਲੱਗੇ ਅਤੇ ਤੁਰਕਾਂ ਪਾਸ ਹੀ ਰਹੇ। ਗੁਰੂ ਹਰ ਰਾਏ ਜੀ ਨੇ ਗੁਰਗੱਦੀ ਆਪਣੇ ਛੋਟੇ ਸਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ। ਇੱਕ ਪਾਸੇ ਉਹਨਾਂ ਗੁਰਗੱਦੀ ਦੀ ਪਵਿੱਤਰਤਾ ਬਚਾਈ, ਦੂਜੇ ਪਾਸੇ ਐਸੇ ਹੁਕਮ ਦਿੱਤੇ ਜਿਸ ਨਾਲ ਜਥੇਬੰਦੀ ਵਿੱਚ ਨਿਰਾਲਾ ਅਤੇ ਨਰੋਆਪਣ ਬਣਿਆ ਰਿਹਾ। ਉਸ ਦੀ ਇੱਕ ਉਦਾਹਰਣ ਭਾਈ ਹਕੀਕਤ ਰਾਏ ਦੇ ਦਾਦਾ ਭਾਈ ਨੰਦ ਲਾਲ ਪੁਰੀ ਨੂੰ ਗਲੋਟੀਆਂ ਖੁਰਚ ਦਿੱਤਾ ਉਪਦੇਸ਼ ਹੈ। ਜਦ ਭਾਈ ਜੀ ਨੇ ਉਪਦੇਸ਼ ਦੀ ਮੰਗ ਕੀਤੀ ਤਾਂ 7ਵੇਂ ਪਾਤਸ਼ਾਹ ਨੇ ਫਰਮਾਇਆ ਸੀ, ਇੱਕ ਤੰਬਾਕੂ ਨਾ ਪੀਣਾ, ਦੂਜੇ ਕੇਸ ਕਤਲ ਨਾ ਕਰਾਉਣਾ ਅਤੇ ਤੀਜੇ ਟੋਪੀ ਨਾ ਪਹਿਨਣੀ। ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿੱਚ ਰਾਮ ਰਾਏ ਜੀ ਨੂੰ ਮਤਸਰ ਦੀ ਐਸੀ ਅੱਗ ਭੜਕੀ ਜੋ ਦਿੱਲੀ ਵਿੱਚ ਔਰੰਗਜ਼ੇਬ ਨੂੰ ਜਾ ਕੇ ਗੱਦੀ ਲੈਣ ਵਾਸਤੇ ਫਰਿਆਦ ਕੀਤੀ। ਬਾਦਸ਼ਾਹ ਨੇ ਗੁਰੂ ਹਰਕ੍ਰਿਸ਼ਨ ਜੀ ਨੂੰ ਲਿਆਉਣ ਵਾਸਤੇ ਰਾਜਾ ਜੈ ਸਿੰਘ ਜੈਪੁਰੀ ਨੂੰ ਹੁਕਮ ਦਿੱਤਾ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਅਸ਼ਰਫੀਆਂ ਅਤੇ ਨਜ਼ਰਾਂ ਭੇਟਾਂ ਗੁਰੂ ਵਾਸਤੇ ਦੇ ਕੇ ਆਖਿਆ ਕਿ ਕੀਰਤਪੁਰ ਵਿੱਚ ਜਾ ਕੇ ਗੁਰੂ ਸਾਹਿਬ ਨੂੰ ਬੜੇ ਅਦਬ ਨਾਲ ਲੈ ਆਓ। ਜਦ ਦੀਵਾਨ ਨੇ ਆ ਕੇ ਅਰਜ਼ ਕੀਤੀ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ਅਸੀਂ ਰਾਜਾ ਦੇ ਪ੍ਰੇਮ ਕਰਕੇ ਚੱਲੇ ਹਾਂ ਪਰ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਵਾਂਗੇ। ਸੰਗਤਾਂ ਚਿੰਤਾ ਤੁਰ ਸਨ ਕਿ ਜਿਸ ਔਰੰਗਜ਼ੇਬ ਨੇ ਸਰਮਦ ਅਤੇ ਸ਼ਾਹ ਮੁਹੰਮਦ ਬਦਖਸ਼ਾਨੀ ਜੋ ਮੀਆਂ ਮੀਰ ਦੇ ਚੇਲੇ ਸਨ ਨੂੰ ਨਿਰਦੋਸ਼ ਹੀ ਕਤਲ ਕਰ ਦਿੱਤਾ ਹੈ, ਉਹ ਪਤਾ ਨਹੀਂ ਇਹਨਾਂ ਨਾਲ ਕੀ ਕਰੇਗਾ। ਪਰ ਗੁਰੂ ਹਰਕ੍ਰਿਸ਼ਨ ਜੀ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ। ਦਿੱਲੀ ਵਿਖੇ ਔਰੰਗਜ਼ੇਬ ਦੀ ਜਦ ਕੋਈ ਨਾ ਚੱਲੀ ਤਾਂ ਉਸਨੇ ਰਾਮ ਰਾਏ ਜੀ ਨੂੰ 7 ਪਿੰਡ ਖੁਰਵੜਾ, ਧੰਮਵਾਲ, ਚਮਸਾਰੀ, ਧਰਤਵਾਲੀ, ਪੰਡਤਵਾੜੀ, ਮੀਆਂਵਾਲ ਅਤੇ ਰਾਜਪੁਰਾ ਦੇ ਕੇ ਦਿੱਲੀ ਤੋਂ ਹੀ ਟੋਰ ਦਿੱਤਾ। ਉੱਥੇ ਹੀ ਦੇਹਰਾਦੂਨ ਰਾਮ ਰਾਏ ਨੇ ਵਸਾਇਆ ਸੀ।
ਧੀਰ ਮੱਲ ਨੇ ਵੀ ਕੋਸ਼ਿਸ਼ਾਂ ਕੀਤੀਆਂ, ਪਰ ਉਹ ਵੀ ਸਫਲ ਨਾ ਹੋ ਸਕੀਆਂ ਅਤੇ ਕਰਤਾਰਪੁਰ ਮੁੜ ਆਇਆ। ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਹੀ ਲੋਕਾਂ ਦੇ ਦੁੱਖ ਹਰਦੇ ਅਤੇ ਸਭ ਦੇ ਦੁਖੜੇ ਆਪਣੇ ਸਿਰ ਲੈ ਜੋਤੀ ਜੋਤ ਸਮਾ ਗਏ। ਕਈ ਦਿਨ ਆਪ ਜੀ ਦੀ ਅੱਖ ਨਾ ਖੁੱਲੀ। ਸੰਗਤਾਂ ਦੇ ਵਾਰ-ਵਾਰ ਅਰਦਾਸ ਕਰਨ ਤੇ ਆਪ ਜੀ ਨੇ ਮੂੰਹੋਂ ਬਾਬਾ ਬਕਾਲਾ ਕਿਹਾ ਅਤੇ ਸਿਰ ਝੁਕਾ ਦਿੱਤਾ। ਭਾਈ ਸੇਵਾ ਰਾਮ ਦੀਆਂ ਪਰਚੀਆਂ ਦੇ ਲਿਖਣ ਅਨੁਸਾਰ ਫਿਰ ਦੁਬਾਰਾ ਸੰਗਤਾਂ ਨੇ ਬਹੁਤ ਵਾਰੀ ਬੁਲਾਇਆ ਤਾਂ ਆਪ ਜੀ ਨੇ ਮਿੱਟੀ ਹੋਈ ਮੁੱਠੀ ਉੱਪਰ ਕੀਤੀ। ਭਾਵ ਇਹ ਸੀ ਕਿ ਇੱਕ ਮੁੱਠ ਰਹਿਣਾ। ਭਾਈ ਸੇਵਾ ਸਿੰਘ ਦੇ ਸ਼ਹੀਦੀ ਬਿਲਾਸ ਅਨੁਸਾਰ ਜਬ ਸਤਿਗੁਰ ਭਾਣਾ ਵਰਤਾਇਆ, ਗੁਰੂ ਬਕਾਲਾ ਮਦ ਅਲਾਇਆ। ਭਾਈ ਕੇਸਰ ਸਿੰਘ ਸ਼ਿੱਬਰ ਨੇ ਵੀ ਬੰਸਾਵਾਲੀ ਨਾਮਾ ਵਿੱਚ ਇਹ ਹੀ ਗਵਾਹੀ ਭਰੀ ਹੈ। ਵਕਤ ਚਲਾਣੇ ਸੀਖਾਂ ਕੀਤੀ ਅਰਦਾਸ, ਗਰੀਬ ਨਿਵਾਜ ਸੰਗਤ ਛੋੜੀ ਹੈ ਕਿਸ ਪਾਸ, ਉਸ ਵਕਤ ਬਚਨ ਕੀਤਾ ਬਾਬਾ ਬਕਾਲੇ। ਗੁਰੂ ਹਰਿਕ੍ਰਿਸ਼ਨ ਜੀ 30 ਮਾਰਚ 1664 ਈਸਵੀ ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ। ਦੰਬੀਆਂ ਨੇ ਬਾਬਾ ਬਕਾਲਾ ਸ਼ਬਦਾਂ ਦਾ ਨਜਾਇਜ਼ ਲਾਭ ਉਠਾਉਂਦੇ ਹੋਏ ਬਕਾਲਾ ਵਿਖੇ ਆ ਮੰਜੀਆਂ ਡਾਹੀਆਂ। ਸਿੱਖ ਇਤਿਹਾਸ ਮੁਤਾਬਕ 22 ਮੰਜੀਆਂ ਲੱਗ ਗਈਆਂ। ਧੀਰ ਮੱਲ ਜੋ ਕਰਤਾਰਪੁਰ ਸਨ, ਰਿਸ਼ਤੇ ਵਿੱਚ ਬਾਬਾ ਵੀ ਲੱਗਦੇ ਸਨ ਅਤੇ ਆਦਿ ਗ੍ਰੰਥ ਸਾਹਿਬ ਵੀ ਉਹਨਾਂ ਪਾਸ ਸੀ। ਬਾਬਾ ਬਕਾਲਾ ਆ ਪੁੱਜੇ। ਭਾਈ ਕੇਸਰ ਸਿੰਘ ਨੇ ਧੀਰ ਮੱਲ ਦੇ ਆਖੇ ਸ਼ਬਦ ਇਸ ਪ੍ਰਕਾਰ ਲਿਖੇ ਹਨ। ਧੀਰ ਮੱਲ ਕਹੇ ਗੁਰਿਆਈ ਹੈ ਸਾਡੀ, ਹਰਿਕ੍ਰਿਸ਼ਨ ਜੋ ਕਿਹਾ ਬਾਬਾ ਬਕਾਲਾ, ਅਸੀਂ ਬਾਬੇ ਹਾਂ ਆਦਿ, ਬਾਬੇ ਗੁਰਦਿੱਤੇ ਦੀ ਅਸੀਂ ਔਲਾਦ, ਤੇਗ ਬਹਾਦਰ ਪੰਜਵੀਂ ਜਗ੍ਹਾ ਅਸੀਂ ਬਾਬੇ ਆਦ। ਫਿਰ ਸ਼ਿੱਬਰ ਜੀ ਨੇ ਟੋਕ ਦਿੰਦੇ ਹੋਏ ਕਿਹਾ ਹੈ ਕਿ ਧੀਰ ਮੱਲ ਨੂੰ ਇਤਨੀ ਸਮਝ ਨਾ ਮਨ ਮੈਂ ਆਈ, ਬਾਬਾ ਬਕਾਲੇ ਜੋ ਉਨ ਕਿਹਾ ਸੋ ਜੀਵਦਾ ਕੀ ਮੋਇਆ ਬਹਿ ਰਿਹਾ। ਸੰਗਤਾਂ ਵਿੱਚ ਕੁਝ ਚਿਰ ਦਵਦਾ ਬਣੀ ਰਹੀ, ਪਰ ਭਾਈ ਮੱਖਣ ਸ਼ਾਹ ਲੁਬਾਣਾ ਦੇ ਪੁੱਜਣ ਨਾਲ ਬੱਦਲ ਛਟ ਗਏ। ਮੱਖਣ ਸ਼ਾਹ ਦਾ ਤਜਾਰਤੀ ਜਹਾਜ਼ ਬਰੇਤੇ ਵਿੱਚ ਫਸ ਗਿਆ ਸੀ ਅਤੇ ਉਸ ਨੇ ਗੁਰੂ ਚਰਨਾਂ ਅੱਗੇ ਅਰਦਾਸ ਕੀਤੀ ਸੀ ਕਿ ਜਹਾਜ਼ ਸਹੀ ਸਲਾਮਤ ਕਿਨਾਰੇ ਤੇ ਲੱਗ ਜਾਏ ਤਾਂ ਉਹ ਆਪੂ ਆ ਕੇ ਗੁਰੂ ਚਰਨਾਂ ਦੀ ਦਸਵੰਧ ਦੀ ਰਕਮ ਰੱਖੇਗਾ। ਜਦ ਉਹ ਬਾਬਾ ਬਕਾਲੇ ਪੁੱਜਾ ਤਾਂ ਕਈ ਗੁਰੂ ਦੇਖ ਉਹਨਾਂ ਇਹੀ ਸੋਚਿਆ, ਆਤਮਦਰਸ਼ੀ ਗੁਰਜੋ ਹੋਏ, ਮਾਂਗ ਲੈ ਗੋ ਮੁਖ ਤੇ ਸੋਏ। ਬਾਕੀਆਂ ਅੱਗੇ ਵਿਉਂਤ ਅਨੁਸਾਰ ਜਦ 2-2 ਮੋਹਰਾਂ ਚੜਾ ਚੁੱਕੇ ਤਾਂ ਮੁੜਦੇ ਪਏ ਸਨ ਕਿ ਬਾਣੀ ਪੜ੍ਹਨ ਦੀ ਆਵਾਜ਼ ਕੰਨੀ ਪਈ। ਆਵਾਜ਼ ਗੁਰੂ ਤੇਗ ਬਹਾਦਰ ਜੀ ਦੀ ਸੀ। ਜਦ ਮੱਖਣ ਸ਼ਾਹ ਨੇ ਉਹਨਾਂ ਅੱਗੇ ਵੀ 2 ਮੋਹਰਾਂ ਰੱਖੀਆਂ ਤਾਂ 9ਵੇਂ ਪਾਤਸ਼ਾਹ ਨੇ ਫਰਮਾਇਆ, ਕਿਉਂ ਨਹਿ ਦੇਤ ਸੋ ਕੀਆ ਮਨ ਹੇਰੀ। ਗੁਰੂ ਦੇ ਵਾਕ ਸੁਣ ਕੇ ਉਸ ਨੂੰ ਪ੍ਰਤੀਤ ਆਈ ਅਤੇ ਉੱਚੀ ਚੜ੍ਹ ਕੇ ਪੱਲੂ ਫੇਰ ਕੇ ਕਿਹਾ, ਗੁਰੂ ਲਾ ਦੋਰੇ ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਚੜ੍ਹ ਉੱਚੇ ਮੰਦਰ ਢੇਰ ਸੁਣਾਇਆ, ਆਇਓ ਗੁਰ ਸਿੱਖੋ ਮੈਂ ਸਤਿਗੁਰ ਲੱਦਾ, ਤਾਕੀ ਮਹਿਮਾ ਅਗਮ ਅਗਾਧਾ, ਗੁਰ ਹੈ ਸੋਏ ਜੋ ਉਰ ਕੀ ਜਾਣੇ। ਧੀਰ ਮੱਲ ਨੂੰ ਇਤਨਾ ਗੁੱਸਾ ਆਇਆ ਕਿ ਉਸ ਸ਼ੀਹੇ ਮਸੰਦ ਕੋਲੋਂ ਬੰਦੂਕ ਦੀ ਗੋਲੀ ਦਾ ਵਾਰ ਕਰਵਾਇਆ। ਗੁਰੂ ਜੀ ਤਾਂ ਬਚ ਗਏ, ਪਰ ਚੋਰ ਕਰਦਾ ਸਿੱਖ ਉੱਥੇ ਹੀ ਸ਼ਹੀਦ ਹੋ ਗਿਆ। ਸਿੱਖਾਂ ਨੂੰ ਜਦ ਇਸ ਨਿਰਦਈ ਵਾਰਦਾਤ ਦਾ ਪਤਾ ਲੱਗਾ ਤਾਂ ਉਹਨਾਂ ਧੀਰ ਮੱਲ ਦਾ ਸਾਰਾ ਮਾਲ ਮਤਾ ਖੋਹ ਲਿਆਂਦਾ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਆਪਣੇ ਕਬਜ਼ੇ ਵਿੱਚ ਕਰ ਲਈ। ਗੁਰੂ ਤੇਗ ਬਹਾਦਰ ਜੀ ਨੂੰ ਜਦ ਇਸ ਵਾਰਤਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਸਾਰਾ ਸਮਾਨ ਵਾਪਸ ਕਰਵਾਇਆ ਅਤੇ ਬੀੜ ਮੋੜਨ ਲਈ ਹੁਕਮ ਕਰ ਦਿੱਤਾ। ਉੱਥੇ ਜਿੱਥੇ ਇਹ ਬਚਨ ਵੀ ਉਚਾਰੇ ਕਿ ਖੇਮਾ ਕਰਤ ਨਰ ਕੀ ਕਲਿਆਣ, ਉੱਥੇ ਦਰਬ ਕੇ ਕਾਜ ਕਛ ਗੁਰੂ ਮਹਾਰਾਜ ਨੇ ਨਹੀਂ ਇਹ ਬੈਠ ਦੁਕਾਨ ਪਾਈ ਵੀ ਕਹੇ। ਤਾਰੀਖੇ ਪੰਜਾਬ ਦੇ ਕਥਨ ਅਨੁਸਾਰ ਇਹ ਫਰਮਾਇਆ, ਸਾਨੂੰ ਇਸ ਸਮਾਨ ਦੀ ਲੋੜ ਨਹੀਂ, ਉਸੇ ਹਿਰਸੀ ਦੀ ਰਹਿਸ ਪੂਰੀ ਹੋਣ ਦਿਓ। ਅਸੀਂ ਕੋਈ ਧਨ ਦੌਲਤ ਇਕੱਠੀ ਕਰਨ ਲਈ ਇਹ ਹੱਟੀ ਨਹੀਂ ਪਾਈ ਹੋਈ। ਉੱਥੋਂ ਜਦ ਸ਼੍ਰੀ ਅੰਮ੍ਰਿਤਸਰ ਪੁੱਜੇ ਤਾਂ ਹਰਮੰਦਰ ਦੇ ਪ੍ਰਬੰਧਕਾਂ ਹਰ ਜੀ ਅਤੇ ਹੋਰਨਾਂ ਨੂੰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਦੇਖਿਆ। ਉਹਨਾਂ ਦਰਵਾਜ਼ੇ ਬੰਦ ਕਰ ਜਿੰਦਰੇ ਵੀ ਮਾਰ ਦਿੱਤੇ। ਆਪ ਜੀ ਦੂਰੋਂ ਹੀ ਥੜਾ ਸਾਹਿਬ ਨਮਸਕਾਰ ਕਰ ਅਤੇ ਇਸ਼ਨਾਨ ਕਰ ਵੱਲਾ ਪਿੰਡ ਚਲੇ ਗਏ। ਜਦ ਮੱਖਣ ਸ਼ਾਹ ਦੇ ਸਮਝਾਉਣ ਤੇ ਮਸੰਦ ਗੁਰੂ ਚਰਨੀ ਲੱਗੇ ਤਾਂ ਗੁਰੂ ਜੀ ਨੇ ਇਹ ਫਰਮਾਇਆ ਕਿ ਅੰਮ੍ਰਿਤ ਸਰੋਵਰ ਵਿੱਚ ਰਹਿਣ ਵਾਲਿਆਂ ਨੂੰ ਤ੍ਰਿਸ਼ਨਾ ਨਹੀਂ ਸੋਭਦੀ। ਨਹੀਂ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਗਣ ਤੇ ਅੰਤਰ ਸੜੀਏ। ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ, ਸੁਲਤਾਨਪੁਰ ਅਤੇ ਲੱਖੀ ਜੰਗਲ ਤੋਂ ਹੁੰਦੇ ਹੋਏ ਆਪ ਜੀ ਕਿਰਤਪੁਰ ਪੁੱਜੇ। ਕਿਰਤਪੁਰ ਵੀ ਆਪਣੇ ਵੱਡੇ ਭਰਾ ਸੂਰਜ ਮੱਲ ਦੀ ਤਪਸ਼ ਅਤੇ ਈਰਖਾ ਦੇਖ ਕੇ ਆਪ ਜੀ ਨੇ ਨਵਾਂ ਟਿਕਾਣਾ ਬਣਾਉਣ ਦਾ ਮਨ ਬਣਾ ਲਿਆ। ਉਧਰ ਔਰੰਗਜ਼ੇਬ ਦਾ ਤਵੱਸਬੀ ਸੂਰਜ ਸਿਖਰ ਤੇ ਪੁੱਜ ਰਿਹਾ ਸੀ। ਜਾਹਨ ਕਲਾਰਕ ਆਰਚਰ ਦਾ ਕਹਿਣਾ ਹੈ, ਇੱਕ ਹੋਰ ਖਿਆਲ ਨੇ ਵੀ ਗੁਰੂ ਤੇਗ ਬਹਾਦਰ ਜੀ ਨੂੰ ਨਵੀਂ ਅਤੇ ਨਿਵੇਕਲੀ ਥਾਂ ਵਸਾਉਣ ਲਈ ਮਜਬੂਰ ਕਰ ਦਿੱਤਾ। ਉਹ ਦੇਖ ਰਹੇ ਸਨ ਕਿ ਔਰੰਗਜ਼ੇਬ ਦਾ ਤਵੱਸਬੀ ਸੂਰਜ ਬੜੀ ਛੇਤੀ ਨਾਲ ਚੜ੍ਹ ਰਿਹਾ ਹੈ। ਸਿੱਖ ਧਰਮ ਨੂੰ ਉਸ ਦੀ ਤਮਸ਼ ਤੋਂ
ਬਚਾਉਣਾ ਜ਼ਰੂਰੀ ਸੀ। ਆਪ ਜੀ ਦੀ ਸੁਚੱਜੀ ਅੱਖ ਨੇ ਮਾਖੋਵਾਲ ਦੀਆਂ ਪਹਾੜੀਆਂ ਦੀ ਚੋਣ ਕੀਤੀ। ਇਹ ਪਹਾੜੀਆਂ 3 ਦਰਿਆਵਾਂ ਸਤਲੁਜ, ਸਰਸਾ ਅਤੇ ਚਰਨ ਗੰਗਾ ਵਿਚਕਾਰ ਸਨ। ਉਹਨਾਂ ਦਿਨਾਂ ਵਿੱਚ ਹੀ ਰਾਜਾ ਦਲੀਪ ਚੰਦ ਕਹਿਲੂਰੀ ਵਾਲੇ ਦਾ ਪੁੱਤਰ ਤਾਰਾ ਚੰਦ ਚੜ੍ਹਾਈ ਕਰ ਗਿਆ ਸੀ। ਰਾਜਾ ਦੀਪ ਚੰਦ ਨੂੰ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਬੰਦ ਖਲਾਸ ਕਰਵਾਇਆ ਸੀ। ਉਹ ਉਹਨਾਂ 52 ਰਾਜਿਆਂ ਵਿੱਚੋਂ ਇੱਕ ਸਨ ਜੋ ਬੰਦੀ ਛੋੜ ਦਾਤੇ ਦੀ ਬਖਸ਼ਿਸ਼ ਨਾਲ ਰਿਹਾ ਹੋਏ ਸਨ। ਉਸ ਦੇ ਪੁੱਤਰ ਤਾਰਾ ਚੰਦ ਦੇ ਸੱਦੇ ਉੱਤੇ ਹੀ ਆਪ ਬਿਲਾਸਪੁਰ ਜਾ ਰਹੇ ਸਨ। ਕਿਰਤਪੁਰ ਹੀ ਸਨ ਕਿ ਤਾਰਾ ਚੰਦ ਦੀ ਮ੍ਰਿਤੂ ਦੀ ਖਬਰ ਪੁੱਜੀ। ਆਪ ਜੀ ਬਿਲਾਸਪੁਰ ਪੁੱਜੇ ਅਤੇ ਉਸ ਦੀ ਵਿਧਵਾ ਰਾਣੀ ਚੰਪਾ ਨੇ ਮੀਆਂਪੁਰ, ਲੋਧੀਪੁਰ, ਸਹੋਟੇ ਨਗਰ ਦੀ ਨਾਲ ਵਾਲੀ ਜ਼ਮੀਨ ਦੇ ਕੇ ਬੇਨਤੀ ਕੀਤੀ ਕਿ ਉਹ ਨਵਾਂ ਨਗਰ ਵਸਾਉਣ। ਭੀਮ ਚੰਦ ਦੀ ਉਮਰ ਉਸ ਵੇਲੇ ਕੇਵਲ 10 ਸਾਲ ਦੀ ਸੀ। ਆਪ ਜੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ ਥਾਂ ਮੁੱਲ ਲੈਣੀ ਹੀ ਠੀਕ ਜਾਣੀ। ਗੁਰਬਿਲਾਸ ਪਾਤਸ਼ਾਹੀ 10ਵੇਂ ਅਨੁਸਾਰ ਮੁੱਲ ਤਾਰ ਕੇ ਖੂਬਸੂਰਤ ਨਗਰ ਵਸਾਇਆ ਅਤੇ ਮਾਤਾ ਨਾਨਕੀ ਜੀ ਦੇ ਨਾਂ ਤੇ ਉਸ ਦਾ ਨਾਮ ਰੱਖਿਆ। ਜਰ ਖਰੀਦ ਜਾਗਾ ਲੈ ਜਾਨਾ, ਨਗਰ ਰਚਿਓ ਅਛੋ ਸੁਖਦਾਨਾ, ਮਾਤਾ ਜੀ ਕੇ ਇਸਮ ਨਿਧਾਨਾ। ਅਤੇ ਸੰਭਾਲ ਕੀਤੀ ਅਤੇ ਪਟੇ ਲਿਖਾ ਕੇ ਪਾਸ ਰੱਖ ਲਏ। ਜਰ ਖਰੀਦ ਕੇ ਪਟੇ ਲਿਖਾਏ, ਲੈ ਸਤਿਗੁਰ ਨਿਜ ਨਿਕਟ ਰਖਾਏ। ਜੋ 3 ਪਿੰਡ ਆਪ ਜੀ ਨੇ 2200 ਰੁਪਏ ਦੇ ਕੇ ਖਰੀਦੇ ਸਨ, ਉਹਨਾਂ ਦਾ ਨਾਮ ਮਾਖੋਵਾਲ, ਮਟੋਰ, ਮੀਆਂਪੁਰ, ਸਹੋਤਾ ਅਤੇ ਲੋਧੀਪੁਰ ਸਨ। 2 ਪਠਾਨਾਂ ਮਾਟੋ ਅਤੇ ਮਾਖੋ ਨੇ ਇਹ ਨਗਰ ਵਸਾਏ ਸਨ, ਪਰ ਉਹਨਾਂ ਨੇੜੇ ਤੇੜੇ ਦੇ ਲੋਕਾਂ ਤੇ ਇਤਨੇ ਅਤਿਆਚਾਰ ਕੀਤੇ ਕਿ ਲੋਕੀ ਉਹਨਾਂ ਨੂੰ ਦੈਂਤ ਹੀ ਆਖਣ ਲੱਗ ਪਏ। ਇਹ ਖਿਆਲ ਕੀਤਾ ਜਾਂਦਾ ਸੀ ਕਿ ਉਹਨਾਂ ਦੀਆਂ ਰੂਹਾਂ ਉਸ ਸਮੇਂ ਤੱਕ ਉੱਥੇ ਹੀ ਡੇਰਾ ਲਗਾਈ ਬੈਠੀਆਂ ਸਨ। 19 ਜੂਨ 1665 ਨੂੰ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪਵਿੱਤਰ ਹੱਥਾਂ ਨਾਲ ਨਵੇਂ ਨਗਰ ਦੀ ਨੀਂਹ ਰਖਵਾਈ, ਕੜਾਹ ਪ੍ਰਸ਼ਾਦ ਵਰਤਾਇਆ ਅਤੇ ਨਾਂ ਚੱਕ ਨਾਨਕੀ ਰੱਖਿਆ। ਅਜੇ ਕੁਝ ਚਿਰ ਹੀ ਹੋਇਆ ਸੀ ਕਿ ਆਪ ਜੀ ਨੂੰ ਪੂਰਬ ਵੱਲੋਂ ਪੁਕਾਰਾਂ ਆਉਣੀਆਂ ਲੱਗ ਪਈਆਂ। ਦਤਾਰ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਦਰਦ ਵੰਡਾਉਣ ਲਈ ਪੂਰਬ ਵੱਲ ਚੱਲ ਪਏ। ਔਰੰਗਜ਼ੇਬ ਦਾ ਬਹੁਤਾ ਹੱਲਾ ਪੂਰਬ ਦੇਸ਼ ਤੇ ਹੀ ਸੀ। ਆਗਰਾ, ਮਥੁਰਾ, ਪ੍ਰਯਾਗ, ਬਨਾਰਸ, ਅਯੋਧਿਆ ਅਤੇ ਔਰੰਗਜ਼ੇਬ ਜਬਰ ਢਾਹ ਰਿਹਾ ਸੀ। ਆਪ ਜੀ ਮਾਤਾ ਗੁਜਰੀ ਸਮੇਤ ਉੱਧਰ ਹੀ ਚੱਲ ਪਏ। ਉਹ ਜਾਣਦੇ ਸਨ ਕਿ ਪੂਰੀ ਤਰ੍ਹਾਂ ਨਾ ਵਸੇ ਅਨੰਦਪੁਰ ਵਿੱਚ ਮਾਤਾ ਜੀ ਨੂੰ ਛੱਡ ਜਾਣਾ ਠੀਕ ਨਹੀਂ। ਗੁਰੂ ਕੀਆਂ ਸਾਖੀਆਂ ਅਤੇ ਮਹਿਮਾ ਪ੍ਰਕਾਸ਼ ਅਨੁਸਾਰ ਅਕਤੂਬਰ 1665 ਵਿੱਚ ਧਮਧਾਨ ਵਿਖੇ ਆਲਮ ਖਾਨ ਰੋਹੇਲੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰ ਲਿਆ, ਪਰ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਮ ਸਿੰਘ ਦੇ ਕਹਿਣ ਤੇ ਬੰਦੀਖਾਨੇ ਵਿੱਚ ਨਾ ਪਾਇਆ ਗਿਆ। ਪਾਤਸ਼ਾਹ ਬਰੰਜੀ ਵਿੱਚ ਲਿਖਿਆ ਵੀ ਹੈ ਕਿ ਔਰੰਗਜ਼ੇਬ ਨੇ ਰਾਮ ਸਿੰਘ ਕੋਲੋਂ ਵੀ ਪੁੱਛਿਆ ਕਿ ਤੂੰ ਐਸਾ ਕਿਉਂ ਚਾਹੁੰਦਾ ਹੈ, ਤਾਂ ਰਾਮ ਸਿੰਘ ਨੇ ਕਿਹਾ, ਉਹ ਕੌਣ ਹਨ ਤੁਹਾਨੂੰ ਕੀ ਪਤਾ, ਰਾਜਾ ਜਾਂ ਨਵਾਬ ਹੋਵੇ ਤਾਂ ਤੇ ਤੇਰਾ ਅਤਾਬ ਗਿਰੇ, ਪਰ ਉਹ ਤਾਂ ਪਿਰਾਨ ਪੀਰ ਹਨ। ਗੁਰੂ ਜੀ ਨਾ ਡਰੋ ਤੇ ਨਾ ਡਰਾਓ ਦਾ ਲੋਕਾਂ ਵਿੱਚ ਹਰ ਥਾਂ ਪ੍ਰਚਾਰ ਕਰਦੇ ਹੀ ਗਏ। ਗੌਰ ਨਾਲ ਦੇਖਿਆ ਜਾਏ ਤਾਂ ਉਹਨਾਂ ਦੀ ਸਾਰੀ ਬਾਣੀ ਅਤੇ ਸ਼ਲੋਕ ਹਿੰਦਵੀ ਭਾਸ਼ਾ ਵਿੱਚ ਸਨ। ਕੋਈ ਵਿਰਲਾ ਸ਼ਬਦ ਹੀ ਫਾਰਸੀ ਜਾਂ ਠੇਠ ਪੰਜਾਬੀ ਦਾ ਹੈ। ਉਹ ਲੋਕਾਂ ਨੂੰ ਸੰਗਤਾਂ ਬਣਾਉਣ ਅਤੇ ਧਰਮ ਦ੍ਰਿੜ ਕਰਨ ਦੀ ਗੱਲ ਹੀ ਆਖਦੇ ਸਨ। ਉਹ ਸ਼ਬਦਾਂ ਰਾਹੀਂ ਸਮਝਾ ਰਹੇ ਸਨ ਕਿ ਜੇ ਇੱਕੋ ਪ੍ਰਭੂ ਦਾ ਸਹਾਰਾ ਲਿਆ ਜਾਏ ਤਾਂ ਜ਼ੁਲਮ ਬਹੁਤੀ ਦੇਰ ਤੱਕ ਨਹੀਂ ਟੁਰਦਾ। ਦ੍ਰੌਪਦੀ ਨੇ ਪੁਕਾਰਿਆ ਤਾਂ ਉਸ ਦੀ ਲਾਜ ਰੱਖੀ। ਹਾਥੀ ਨੇ ਸਿਮਰਿਆ ਤਾਂ ਉਹ ਤੰਦੂਏ ਦੀ ਪਕੜ ਤੋਂ ਆਜ਼ਾਦ ਹੋ ਗਿਆ। ਅਜਾਮਲ ਨੇ ਸਿਮਰਿਆ ਤਾਂ ਉਹ ਮੁਕਤ ਹੋ ਗਿਆ। ਸੋ ਲੋੜ ਇਕੱਠੇ ਹੋਣ ਅਤੇ ਵਿਸ਼ਵਾਸ ਰੱਖਣ ਦੀ ਹੈ। ਇਸ ਪ੍ਰਚਾਰ ਸਦਕਾ ਸੁਤੰਤਰਤਾ ਦੀ ਨਵੀਂ ਲਹਿਰ ਚੱਲ ਪਈ। ਮਥੁਰਾ ਵਿੱਚ ਗੋਕਲ ਨੇ ਹਥਿਆਰ ਚੁੱਕੇ ਅਤੇ ਉਸ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨ ਹਥਿਆਰਬੰਦ ਹੋ ਖਲੋਤੇ। ਪੂਰਾ 1 ਸਾਲ ਇਸ ਬਗਾਵਤ ਨੂੰ ਦਬਾਉਣ ਵਿੱਚ ਲੱਗ ਗਿਆ। 1670 ਵਿੱਚ ਨਾਰਲੌਨ ਦੇ ਸਤਨਾਮੀ ਉੱਠ ਬੈਠੇ। ਇਹ ਸਭ ਨਾ ਭੈ ਮਨ ਤਾਣ ਦੇ ਪ੍ਰਚਾਰ ਦਾ ਹੀ ਸਦਕਾ ਸੀ। ਇਸ ਸਿਲਸਿਲੇ ਵਿੱਚ ਗੁਲਾਮ ਹੁਸੈਨ ਨੇ ਵੀ ਲਿਖਿਆ ਹੈ, ਗੁਰੂ ਤੇਗ ਬਹਾਦਰ ਦੇ ਗਿਰਦ ਬੇਅੰਤ ਸੇਵਕ ਇਕੱਠੇ ਹੋ ਗਏ ਅਤੇ ਹਜ਼ਾਰਾਂ ਲੋਕ ਉਸ ਪਿੱਛੇ ਤੁਰ ਪਏ। ਜਦ ਆਪ ਜੀ ਇਲਾਹਾਬਾਦ ਪੁੱਜੇ ਤਾਂ ਉੱਥੇ ਗੁਰੂ ਜੀਵਨੀ ਦੀ ਮਹਾਨ ਘਟਨਾ ਹੋਈ। ਗੁਰੂ ਜੀ ਦੀ ਸ਼ਾਦੀ ਹੋਇਆਂ ਤਕਰੀਬਨ 27 ਸਾਲ ਹੋ ਗਏ ਸਨ। ਇਹ ਜੋੜਾ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਕੇ ਕਿਸੇ ਮਹਾਨ ਆਤਮਾ ਨੂੰ ਜਨਮ ਦੇਣ ਦੀ ਪ੍ਰਾਰਥਨਾ ਕਰ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਕਿ ਮਾਤ ਤੇ ਪਿਤਾ ਨੇ ਟਿਕ ਪ੍ਰਭੂ ਨੂੰ ਯਾਦ ਕੀਤਾ। ਉਹਨਾਂ ਦੀ ਆਰਾਧਨਾ ਤੋਂ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਮੈਨੂੰ ਹੁਕਮ ਕੀਤਾ ਕਿ ਉਹਨਾਂ ਦੇ ਗ੍ਰਹਿ ਵਿਖੇ ਜਨਮ ਲਵਾਂ ਅਤੇ ਪ੍ਰਕਾਸ਼ ਇਲਾਹਾਬਾਦ ਦੇ ਅਸਥਾਨ ਤੇ ਹੋਇਆ। ਇਲਾਹਾਬਾਦ ਤੋਂ ਬਨਾਰਸ ਗਿਆ। ਕਰਮਨਾਸ਼ ਨਦੀ ਪਾਰ ਕਰਕੇ ਆਪ ਜੀ ਪਟਨਾ ਪੁੱਜੇ। ਪਟਨਾ ਪੁੱਜਦੇ ਹੀ ਬਾਰਿਸ਼ਾਂ ਆਰੰਭ ਹੋ ਗਈਆਂ ਸਨ ਅਤੇ ਚੁਮਾਸਾ ਲੱਗ ਗਿਆ ਸੀ।
ਗੁਰੂ ਜੀ ਨੇ ਉੱਥੇ ਟਿਕ ਕੇ ਧਰਮ ਪ੍ਰਚਾਰ ਦੇ ਕੰਮ ਨੂੰ ਜਥੇਬੰਦ ਕੀਤਾ। ਉੱਥੇ ਹੀ ਆਪ ਜੀ ਨੂੰ ਖਬਰ ਪੁੱਜੀ ਕਿ ਸ਼ਿਵਾਜੀ ਮਰਹੱਟਾ ਰਾਮ ਸਿੰਘ ਦੇ ਮਹਿਲਾਂ ਤੋਂ ਪੁੱਤਰ ਸਮੇਤ ਨੱਸ ਗਿਆ ਹੈ। ਔਰੰਗਜ਼ੇਬ ਨੇ ਰਾਮ ਸਿੰਘ ਨੂੰ ਦੋਸ਼ੀ ਠਹਿਰਾਇਆ। ਪਹਿਲਾਂ ਤਾਂ ਉਸ ਨੂੰ ਸਖਤ ਸਜ਼ਾ ਦੇਣ ਦੀ ਸੋਚੀ, ਪਰ ਫਿਰ ਅਸਾਮ ਦੀ ਮੁਹਿੰਮ ਤੇ ਭੇਜ ਦਿੱਤਾ। ਹਰ ਕੋਈ ਜਾਣਦਾ ਸੀ ਕਿ ਅਸਾਮ ਦੀ ਮੁਹਿੰਮ ਤੇ ਗਿਆ ਕੋਈ ਵਾਪਸ ਨਹੀਂ ਮੁੜਿਆ, ਸੋ ਇਹ ਵੀ ਇੱਕ ਕਿਸਮ ਦੀ ਸਜ਼ਾ ਹੀ ਸੀ। ਰਾਜਾ ਰਾਮ ਸਿੰਘ ਫਰਵਰੀ 1669 ਨੂੰ ਢਾਕਾ ਵਿਖੇ ਗੁਰੂ ਜੀ ਨੂੰ ਮਿਲਿਆ ਸੀ। ਅਖਬਾਰਾਤ ਦਰਬਾਰ ਮੋਲਾ ਨੇ ਰਾਮ ਸਿੰਘ ਰਾਜਾ ਦੇ ਨਾਲ ਜਾਣ ਦਾ ਜ਼ਿਕਰ ਕੀਤਾ ਹੈ। ਗੁਰੂ ਜੀ ਪਟਨੇ ਤੋਂ ਮੁੰਗੇਰ, ਭਾਗਲਪੁਰ, ਕੌਲਗਾਂਗ, ਸਾਹਿਬਗੰਜ ਅਤੇ ਕਾਂਤਨਗਰ ਪੁੱਜੇ। ਕਾਂਤਨਗਰ ਤੋਂ ਰਾਜ ਮਹਿਲ, ਮਾਲਦਾ, ਗੋਦਗਰੀ, ਗੋਪਾਲਪੁਰ ਤੋਂ 1666 ਅਕਤੂਬਰ ਨੂੰ ਢਾਕਾ ਪੁੱਜ ਗਏ ਸਨ। ਰਾਹ ਵਿੱਚੋਂ ਪਟਨਾ ਦੀ ਸੰਗਤ ਦੇ ਨਾਮ ਹੁਕਮਨਾਮੇ ਲਿਖੀ ਜਾ ਰਹੇ ਸਨ। ਇੱਕ ਹੁਕਮਨਾਮੇ ਵਿੱਚ ਆਪ ਜੀ ਨੇ ਲਿਖਿਆ ਕਿ ਅਸੀਂ ਪਰੇ ਰਾਜਾ ਜੀ ਕੇ ਸਾਥ ਗਏ ਹਾਂ। कबीला हमो पटने में छोड़ा है, संगत की सेवा का वेला है। जो सिख सेवा करेगा तिसके रोजगार में बरकत होवेगी। कोई अबल हवेली होवे बड़ी होवे तिस मोह कबीले हमारे राखने। इथों यह स्पष्ट है कि माता जी की सेहत का गुरु जी ਨੂੰ बहुत ख्याल सी, इसे ਲਈ ਉਹ खुली वड्डी अच्छी ਅਤੇ हवादार हवेली लिख रहे सन। गुरु तेग बहादुर जी ढाका विखे ही सन कि उन्होंने भाई मेहर चंद ਅਤੇ भाई कल्याण चंद हथी खबर भेजी कि पोह सुदी सप्तमी 1723 बिक्रमी ਭਾਵ 22 ਦਸੰਬਰ 1666 ਨੂੰ ਉਹਨਾਂ ਦੇ ਗ੍ਰਹਿ ਵਿਖੇ ਬਾਲਕ ਗੁਰੂ ਦਾ ਜਨਮ ਹੋਇਆ ਹੈ। ਖਬਰ ਸੁਣਦੇ ਸਾਰ ਹੀ ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਦਾਸ ਨਾਂ ਧਰਿਆ ਅਤੇ ਪਟਨਾ ਦੀ ਸੰਗਤ ਦੇ ਨਾਮ ਹੁਕਮਨਾਮਾ ਭੇਜਿਆ ਕਿ ਸਰਬੱਤ ਸੰਗਤ ਪਟਨੇ ਕੀ, ਜਿਨ ਵਾਹਿਗੁਰੂ ਕੀਆ ਹੈ ਤਿਸ ਕੇ ਮਨੋਰਥ ਪੂਰੇ ਹੋਵਣਗੇ। गोविंद दास की बधाई ऊपर संगत खर्च किया। गुरु की दरगाह थाई पया, रुपये की मोहर थाई पड़ी। पीछे सेवा कीती सो थाई पई, आगे जो सेवा करूंगे तिसका भला होगा, सबके रोजगार मुँह बरकत होगा। भाई जी सिर पाओ भेजा है, पटना गुरु का घर है। फिर पिछों एक होर हुक्मनामे विच लिखा कि संगत सेवा गोविंद दास की करती है, तुम्हारी सेवा संगत की गुरु की दरगाह थाई पड़ेगी, संगत का भला होगा। इस तो यह गल प्रतीत हुंदी है कि गुरु तेग बहादुर जी का बंगाल ते आसाम विच काफ़ी समा लगा रहा सी। गोबिंद दास की सेवा करती है तो यह गल उगड़ के सामने आउंदी है। गुरु तेग बहादुर जी की पंजाब वापसी 1670 ਨੂੰ गुरु जी ने ਅਸਾਮੀਆਂ ਅਤੇ ਮੁਗਲਾਂ ਦੀ ਫੌਜ ਵਿੱਚ ਸੁਲ੍ਹਾ ਕਰਵਾ ਦਿੱਤੀ। ਗੁਰੂ ਜੀ ਦੇ ਕਹਿਣ ਤੇ ਦੋਵੇਂ ਧਿਰਾਂ ਪੁਰਾਣੀਆਂ ਹੱਦਾਂ ਤੇ ਮੁੜ ਗਈਆਂ। ਕਈ ਜਾਨਾਂ ਦਾ ਨੁਕਸਾਨ ਹੋਣੋਂ ਬਚ ਗਿਆ। ਆਪ ਜੀ ਉੱਥੋਂ ਹੱਜੋ ਪੁੱਜੇ, ਜਿਸ ਨੇੜੇ ਤਰਾ ਪਰਬਤ ਦੀ ਪਹਾੜੀ ਹੈ। ਰੰਗਾ ਮਾਟੀ ਵਿਖੇ 2 ਮਾਰਚ 1670 ਨੂੰ ਜਾਣ ਦਾ ਜ਼ਿਕਰ ਸਿੱਖ ਇਤਿਹਾਸ ਨੇ ਕੀਤਾ ਹੈ। ਫਿਰ ਢਾਕਾ, ਕਲਕੱਤਾ, ਕਟਕ ਅਤੇ ਪੂਰੀ ਤੋਂ ਹੁੰਦੇ ਹੋਏ ਛੇਤੀ ਹੀ ਪੰਜਾਬ ਵੱਲ ਚੱਲ ਪਏ। ਛੇਤੀ ਮੁੜਨ ਦਾ ਕਾਰਨ ਇਹ ਹੀ ਲੱਗਦਾ ਹੈ ਕਿ ਔਰੰਗਜ਼ੇਬ ਨੇ ਹੁਣ ਪੰਜਾਬ ਨੂੰ ਕੇਂਦਰ ਬਣਾ ਲਿਆ ਸੀ। ਉਹ ਆਗਰੇ ਤੋਂ ਲਾਹੌਰ ਆ ਗਿਆ ਸੀ। ਗੁਰੂ ਜੀ ਦਾ ਪੰਜਾਬ ਪੁੱਜਣਾ ਜ਼ਰੂਰੀ ਸੀ ਤਾਂ ਕਿ ਲੋਕਾਂ ਨੂੰ ਧਰਵਾਸ ਮਿਲੇ। ਪਟਨਾ ਵਿੱਚ ਬਾਲਕ ਗੁਰੂ ਗੋਬਿੰਦ ਸਿੰਘ ਨੂੰ ਦੇਖ ਕੇ ਕੁਝ ਹੀ ਦਿਨ ਉੱਥੇ ਟਿਕੇ। ਆਪ ਜੀ ਨੇ ਪਰਿਵਾਰ ਨੂੰ ਉੱਥੇ ਹੀ ਰਹਿਣ ਦੇਣਾ ਠੀਕ ਸਮਝਿਆ ਅਤੇ ਆਪੂ ਆਨੰਦਪੁਰ ਦੀ ਉਸਾਰੀ ਆਰੰਭ ਕਰ ਦਿੱਤੀ। ਭਾਗ ਦੂਜਾ, ਪਟਨਾ ਵਿਖੇ 6 ਸਾਲ। ਪਟਨਾ ਸਾਹਿਬ। ਪਟਨਾ ਉਸ ਸਮੇਂ ਬੰਗਾਲ ਦੇ ਸੂਬੇ ਅਧੀਨ ਸੀ। ਬਿਹਾਰ ਸਾਰਾ ਹੀ ਬੰਗਾਲ ਦਾ ਹਿੱਸਾ ਸੀ। ਪਟਨੇ ਦਾ ਹਾਕਮ ਸਿੱਖ ਇਤਿਹਾਸ ਦੇ ਕਥਨ ਅਨੁਸਾਰ ਨਵਾਬ ਰਹੀਮ ਬਖਸ਼ ਸੀ। ਪਟਨਾ ਅਸ਼ੋਕ ਦੇ ਸਮੇਂ ਤੋਂ ਹੀ ਪ੍ਰਸਿੱਧ ਹੋ ਗਿਆ ਸੀ। ਨਲੰਦਾ ਦੇ ਨੇੜੇ ਹੋਣ ਕਾਰਨ ਵਿਦਿਆ ਸਾਹਿਤ ਦਾ ਕੇਂਦਰ ਵੀ ਸੀ। ਬੁੱਧ ਜੀ ਰਾਜਗ੍ਰਹਿ ਜਾਂਦਿਆਂ ਇੱਥੇ ਆਏ ਸਨ ਤਾਂ ਉਹਨਾਂ ਇੱਥੇ ਬਚਨ ਕੀਤਾ ਸੀ ਕਿ ਅੱਗ, ਪਾਣੀ ਅਤੇ ਆਪਸੀ ਫੁੱਟ ਕਰਕੇ ਪਟਨਾ ਕਈ ਵਾਰ ਡਿੱਗੇਗਾ ਤੇ ਉਸਰੇਗਾ। ਕਈ ਵਾਰ ਪਟਨਾ ਢਹਿ ਢੇਰੀ ਹੋਆ ਪਰ ਫਿਰ ਉੱਠ ਖਲੋਤਾ, ਇਸ ਲਈ ਇਸ ਦੇ ਕਈ ਨਾਂ ਵੀ ਹੋਏ। 22 ਨਾਂ ਪਟਨਾ ਦੇ ਪਏ। ਯੂਨਾਨੀਆਂ ਇਸ ਦਾ ਨਾਂ ਪਾਲੀ ਪੋਥਰਾ ਰੱਖਿਆ। ਪੁਸ਼ਪਪੁਰ, ਕੁਸ਼ਮਪੁਰ, ਕੁਸ਼ਾਮਵਤੀ, ਮੋਰਿਆ ਨਗਰ, ਪਟਲਾ ਅਤੇ ਪਾਟਲੀ ਪੁੱਤਰ ਕਰਕੇ ਵੀ ਜਾਣਿਆ ਜਾਂਦਾ ਰਿਹਾ। ਜਦ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਇਸ ਨੂੰ ਪਟਨਾ ਹੀ ਕਹਿੰਦੇ ਸਨ। ਪਟਨਾ ਸ਼ਹਿਰ ਵਿਖੇ ਭਵਲਿਓ ਮਹਾਰਾਜ ਦਾ ਆਪਣਾ ਫਰਮਾਨ ਹੈ। ਮੁਗਲਾਂ ਦਾ ਜ਼ੋਰ ਪੈ ਜਾਣ ਨਾਲ ਕੁਝ ਚਿਰ ਅਜੀਮਾਬਾਦ ਵੀ ਕਹਿਲਾਇਆ ਪਰ ਪ੍ਰਸਿੱਧ ਨਾਂ ਪਟਨਾ ਹੀ ਰਿਹਾ।
16ਵੀਂ ਸਦੀ ਦੇ ਅਖੀਰ ਵਿੱਚ ਇੱਕ ਯੂਰਪੀ ਸੈਨਾਨੀ ਰੌਲਫ ਨੇ ਪਟਨਾ ਬਾਰੇ ਲਿਖਿਆ ਸੀ ਕਿ ਸ਼ਾਮ ਨੂੰ ਜਦ ਆਕਾਸ਼ ਵਿੱਚ ਸਿਤਾਰੇ ਚਮਕਦੇ ਹਨ ਅਤੇ ਪਾਟਲੀਪੁੱਤਰ ਨਿਵਾਸੀਆਂ ਦੇ ਛੱਜਿਆਂ ਤੇ ਲੱਗੇ ਪਾਟਲ ਦੇ ਸਫੇਦ ਫੁੱਲ ਖਿੜ ਉੱਠਦੇ ਹਨ ਅਤੇ ਇੱਥੋਂ ਦੇ ਬਾਜ਼ਾਰਾਂ ਵਿੱਚ ਸੋਨਾ ਚਾਂਦੀ ਅਤੇ ਬਰਤਨਾਂ ਨਾਲ ਸਜੀਆਂ ਦੁਕਾਨਾਂ ਚਮਕਣ ਲੱਗਦੀਆਂ ਹਨ ਤਾਂ ਇਹ ਕਹਿਣਾ ਕਠਿਨ ਹੋ ਜਾਂਦਾ ਹੈ ਕਿ ਇਹ ਸੁੰਦਰ ਲੋਕ ਹੈ ਜਾਂ ਸੋਹਣਾ ਸਰਲੋਕ। ਪੂਰੇ 80 ਸਾਲ ਪਿੱਛੋਂ ਸੱਚਮੁੱਚ ਇਸ ਪਟਨੇ ਸਰਲੋਕ ਦਾ ਵਾਸੀ ਆਇਆ ਜਿਸ ਧਰਤੀ ਤੇ ਹੀ ਸਵਰਗ ਬਣਾਉਣ ਦਾ ਐਲਾਨ ਕੀਤਾ। ਭਾਈ ਗੁਰਦਾਸ ਜੀ ਦੂਜੇ ਦੇ ਸ਼ਬਦਾਂ ਵਿੱਚ ਤਹਿ ਨਿਰਭਉ ਰਾਜ ਕਮਾਇਣ ਸਚ ਅਦਲ ਚਲਾਏ ਇਉਂ ਕਲਯੁਗ ਮੈਂ ਅਵਤਾਰ ਧਾਰ ਸਤਜੁਗ ਵਰਤਾਏ। ਪੋਹ ਸੁਦੀ 7ਵੀਂ ਨੂੰ ਅਵਤਾਰ ਲਿਆ ਤਾਂ ਕਿ ਹੁਣ ਜਗਤ ਨੂੰ ਵਿਖਿਆ ਪੋਹ ਨਾ ਸਕੇ। 6 ਸਾਲ ਪਟਨਾ ਸਵਰਗ ਹੀ ਬਣਿਆ ਰਿਹਾ। ਮਾਮਾ ਕਿਰਪਾਲ ਚੰਦ ਜੀ ਪੂਰੀ ਰਾਖੀ ਕਰ ਰਹੇ ਸਨ। ਭਾਈ ਦਿਆਲਾ ਜੀ ਸਾਰੇ ਪ੍ਰਬੰਧ ਨੂੰ ਦੇਖ ਰਹੇ ਸਨ। ਭਾਈ ਰਾਮ ਰਾਏ ਅਤੇ ਭਾਈ ਦਰਬਾਰੀ ਜੀ ਗੁਰੂ ਅਤੇ ਪਰਿਵਾਰ ਦੀ ਸੰਭਾਲ ਲਈ ਦਿਨ ਰਾਤ ਜੁਟੇ ਹੋਏ ਸਨ। ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਆਪਣੇ ਹੁਕਮਨਾਮੇ ਵਿੱਚ ਕਈ ਹੋਰ ਸਿੱਖਾਂ ਦੀ ਸੇਵਾ ਦਾ ਜ਼ਿਕਰ ਕੀਤਾ ਹੈ, ਉੱਥੇ ਇੱਕ ਮਾਈ ਬੇਬੇ ਪੇੜੀ ਬਾਈ ਦਾ ਵੀ ਜ਼ਿਕਰ ਕੀਤਾ ਹੈ। ਇਹ ਪੇੜੀ ਬਾਈ ਗੁਰੂ ਜੀ ਦੀ ਖਿਡਾਵੀਂ ਦਾ ਕੰਮ ਕਰਦੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਇੱਕ ਹੋਰ ਦਾਈ ਲਾਡੋ ਦਾ ਵੀ ਨਾਂ ਆਇਆ ਹੈ। ਆਨੰਦਪੁਰ ਪੁੱਜ ਕੇ ਪਿੱਛੋਂ ਗੁਰੂ ਜੀ ਨੇ ਲਿਖਿਆ ਸੀ, ਭਾਈ ਰਾਮ ਰਾਏ ਦਾਈ ਲਾਡੋ ਗੁਰੂ ਰੱਖੇਗਾ। ਦਰਬਾਰੀ ਸ਼ੋਭਾ ਚੰਦ ਹਜੂਰ ਪਹੁੰਚੇ, ਮੇਰੀ ਖੁਸ਼ੀ ਹੈ ਨਿਹਾਲ ਹੋਏ। ਬੰਸਾ ਵਾਲੀ ਨਾਮੇ ਨੇ ਇੱਕ ਹੋਰ ਦਾਈ ਬੂਪੀ ਦਾ ਵੀ ਨਾਂ ਲਿਖਿਆ ਹੈ। ਦਾਈ ਬੂਪੀ ਤਰੇਵਰ ਪਾਇਆ ਸਿਰ ਸਦਕਾ ਕਰ ਅੱਤ ਵੱਡੀ ਮਾਇਆ। ਭੱਟ ਵਹੀ ਪੂਰਬੀ ਦੱਖਣੀ ਅਨੁਸਾਰ ਦਿਹਾੜਾ ਬੁੱਧ ਦਾ ਸੀ। ਢਲੀ ਰੈਣ ਪ੍ਰਕਾਸ਼ ਹੁਆ। ਮਾਤਾ ਨਾਨਕੀ जी ने गरीब गुरबे को दान दिया। रैन पई दीपमाला हुई। बड़ा कतूहल हुआ। कई वारा पार नहीं सी। राखी पूरी रखी जा रही सी। पटना ਦੇ ਸਾਰੇ ਲੋਕ ਹੀ ਆਪ ਜੀ ਨਾਲ ਅਥਾਹ ਪਿਆਰ ਜਤਾ ਰਹੇ ਸਨ। ਮਾਮਾ ਕਿਰਪਾਲ ਚੰਦ ਜੀ ਤਾਂ ਕਈ ਵਾਰ ਭੈਣ ਮਾਤਾ ਗੁਜਰੀ ਜੀ ਨੂੰ ਕਹਿੰਦੇ ਸਨ ਕਿ ਉਹ ਆਪ ਹੀ ਗੋਬਿੰਦ ਰੂਪ ਧਾਰ ਸਾਡੇ ਘਰ ਆਇਆ ਹੈ। ਭੀਖਣ ਸ਼ਾਹ ਦਾ ਆਉਣਾ। ਪੰਜਾਬ ਦੇ ਨਗਰ ਸਿਆਣਾ ਦੇ ਰਹਿਣ ਵਾਲੇ ਇੱਕ ਫਕੀਰ ਭੀਖਣ ਸ਼ਾਹ ਨੂੰ, ਜਿਸ ਨੂੰ ਅਸੀਂ ਭੀਖਣ ਸ਼ਾਹ ਕਹਿੰਦੇ ਹਾਂ, ਜਦ ਆਪਣੇ ਅਨੁਭਵ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਜਾਣਿਆ ਤਾਂ ਉਹਨਾਂ ਨਮਾਜ਼ ਪੱਛਮ ਦੀ ਥਾਂ ਪੂਰਬ ਵੱਲ ਉਤਾਰੀ। ਮਹਾਗੋਸ਼ ਦੇ ਲਿਖਣ ਅਨੁਸਾਰ ਭੀਖਣ ਸ਼ਾਹ ਦਾ ਜਨਮ ਸੈਯਦ ਕੁਲ ਵਿੱਚ ਪਿੰਡ ਸਿਆਣਾ ਤਹਿਸੀਲ ਕੈਂਥਲ ਅਤੇ ਜ਼ਿਲ੍ਹਾ ਕਰਨਾਲ ਵਿਖੇ ਸਨ 1637 ਵਿੱਚ ਹੋਇਆ ਸੀ। ਇਹਨਾਂ ਦੇ ਬਜ਼ੁਰਗ ਘੁੜਾਮ ਰਹਿੰਦੇ ਸਨ, ਜਿਸ ਕਾਰਨ ਇਹਨਾਂ ਨੂੰ ਵੀ ਘੁੜਾਮ ਵਾਸੀ ਹੀ ਲਿਖਿਆ ਜਾਣ ਲੱਗ ਪਿਆ। ਉਂਝ ਆਪ ਜੀ ਨੇ ਆਪਣਾ ਟਿਕਾਣਾ ਠਸਕਾ ਰੱਖ ਲਿਆ ਸੀ। ਠਸਕਾ ਮੁਗਲ ਰਾਜ ਵੱਲੋਂ ਜਗੀਰ ਮਿਲੀ ਸੀ। ਆਪ ਜੀ ਕਿਉਂਕਿ ਸੈਯਦ ਮੀਰ ਸਨ, ਇਸ ਲਈ ਠਸਕਾ ਦਾ ਨਾਂ ਠਸਕਾ ਮੀਰ ਜੀ ਕਰਕੇ ਹੀ ਪ੍ਰਸਿੱਧ ਹੈ। ਕਵੀ ਸੰਤੋਖ ਸਿੰਘ ਜੀ ਨੇ ਵੀ ਇਹ ਹੀ ਲਿਖਿਆ ਹੈ, ਪੁਰ ਘੜਾਮ ਵਿਖੇ ਹੂਤੋ ਸ਼ਾਹ ਭੀਖਣ ਜਹ ਨਾਮ ਨਿਜ ਮੁਰਸ਼ਦ ਕੇ ਟਿਗ ਬਸਤ ਠਸਕੇ ਗ੍ਰਾਮ ਸੁਦਾਮ। ਆਪ ਜੀ ਦਾ ਸਤਿਕਾਰ ਇਲਾਕੇ ਵਿੱਚ ਬਹੁਤ ਸੀ। ਹਾਕਮ ਤੇ ਲੋਕ ਇਤਨਾ ਸਤਿਕਾਰ ਕਰਦੇ ਸਨ ਕਿ ਇੱਕ ਵਾਰ ਫਾਂਸੀ ਤੇ ਚੜਾਉਣ ਲਈ ਸਿਪਾਹੀ ਕੈਦੀ ਨੂੰ ਲਿਜਾ ਰਹੇ ਸਨ ਤਾਂ ਆਪ ਜੀ ਦੀ ਨਜ਼ਰ ਕੈਦੀ ਤੇ ਪਈ ਤਾਂ ਉਸ ਨੂੰ ਰਿਹਾ ਕਰਨ ਦਾ ਹੁਕਮ ਨਵਾਬ ਸਰਹੰਦ ਨੇ ਦੇ ਦਿੱਤਾ ਸੀ। ਇਹ ਵੀ ਯਾਦ ਰਹੇ ਕਿ ਖਵਾਜਾ ਅਬੂ ਅਬਦੁੱਲਾ ਚਿਸ਼ਤੀ ਤੋਂ ਸੂਫੀਆਂ ਦਾ ਸਿਲਸਿਲਾ ਆਰੰਭ ਹੋਇਆ ਸੀ ਅਤੇ ਖਵਾਜਾ ਮੁਈਨ ਉਦ ਦੀਨ ਚਿਸ਼ਤੀ ਦੇ ਵਸੀਲੇ ਨਾਲ ਹਿੰਦੁਸਤਾਨ ਆਇਆ ਸੀ। ਇਸ ਦੀਆਂ ਦੋ ਸ਼ਾਖਾਂ ਸਾਬਰੀ ਅਤੇ ਨਿਜ਼ਾਮੀ ਸਨ। ਨਿਜ਼ਾਮੀ ਦੇ ਨਿਰਮਾਤਾ ਨਿਜ਼ਾਮ ਉਦ ਔਲੀਆ ਅਤੇ ਸਾਬਰੀ ਦੇ ਹਜ਼ਰਤ ਅਲੀ ਅਹਿਮਦ ਸਾਬਰੀ ਸਨ। ਨਿਜ਼ਾਮੀ ਭਗਵੇਂ ਕੱਪੜੇ ਪਾਉਣ ਲੱਗ ਪਏ ਸਨ ਅਤੇ ਸਾਬਰੀ ਚਿੱਟੇ ਪਹਿਨਦੇ ਸਨ। ਇਹਨਾਂ ਵਿੱਚ ਵਿਰਾਗ, ਕੁਰਬਾਨੀ, ਇਸ਼ਕ, ਬਰਾਬਰੀ ਅਤੇ ਨਿਰਮਤਾ ਬਹੁਤ ਸੀ। ਸਾਬਰੀ ਸਿਲਸਿਲਾ ਦੇ ਹੀ ਮੁਖੀ ਸਨ। ਸ਼ਾਹ ਮੀਰਾ ਭੀਖ ਮਾਂ ਸਢੌਰਾ ਦੀ ਸੀ। 24 ਪਿੰਡ ਇਹਨਾਂ ਨੂੰ ਰੋਸ਼ਨ ਉਦ ਦੌਲਾ ਨੇ ਦਿੱਤੇ ਸਨ। ਘੁੜਾਮ ਵਿਖੇ ਸ਼ਾਹ ਜੀ ਦਾ ਦਰਗਾਹ ਕਿਲਾ ਨੁਮਾ ਹੈ। ਡਿਉਢੀ ਵਾਲਾ ਦਰਵਾਜ਼ਾ ਹੈ। ਇਹ ਡਿਉਢੀ 3 ਮੰਜ਼ਲੀ ਹੈ। ਹਰ ਮੰਜ਼ਲ ਦੇ ਦਰਸ਼ਨੇ ਬਰਾਮਦੇ ਹਨ। ਮਕਬਰਾ ਸ਼ਾਹ ਭੀਖ ਜੀ ਦਾ ਦਰਵਾਜ਼ੇ ਸਾਹਮਣੇ ਹੈ। ਭੀਖਣ ਸ਼ਾਹ ਉਸ ਜਲਵੇ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਲਈ ਪੰਜਾਬ ਤੋਂ ਪਟਨਾ ਵੱਲ ਚੱਲ ਪਏ। ਉਹਨਾਂ ਦਾ ਇੱਕ ਹੀ ਸੰਕਲਪ ਸੀ ਕਿ ਇਹ ਦੇਖਿਆ ਜਾਏ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨਾਂ ਵਿੱਚੋਂ ਕਿਸ ਦਾ ਪੱਖ ਪੂਰਦਾ ਹੈ। ਇਸ ਮੰਤਵ ਲਈ ਉਹਨਾਂ 2 ਮਠਿਆਈਆਂ ਦੀਆਂ ਕੁੱਜੀਆਂ ਅਤੇ 2 ਕੁੱਜੇ, ਇੱਕ ਵਿੱਚ ਦੁੱਧ ਅਤੇ ਦੂਜੇ ਵਿੱਚ ਪਾਣੀ ਲੈ ਲਿਆ। ਮਠਿਆਈਆਂ ਦੀਆਂ ਕੁੱਜੀਆਂ ਤੋਂ ਭਾਵ
ਉਹਨਾਂ ਦਾ ਧਰਮ ਸੀ ਅਤੇ ਪਾਣੀ ਵਾਲੇ ਕੁੱਜੇ ਦਾ ਅਰਥ ਉਹਨਾਂ ਮੁਸਲਮਾਨ ਧਰਿਆ ਸੀ ਅਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਿਸ਼ ਅਤੇ ਸ਼ਰ੍ਹਾ ਨੂੰ ਹੀ ਧਰਮ ਸਮਝਦਾ ਹੈ ਅਤੇ ਪਾਣੀ ਬੰਦਿਸ਼ ਵਿੱਚ ਪੈ ਕੇ ਹੀ ਕੰਮ ਸਵਾਰਦਾ ਹੈ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਿਟਿਆਈ ਦਾ ਚਿੰਨ੍ਹ ਦੁੱਧ ਹੀ ਹੈ। ਪਟਨਾ ਪੁੱਜ ਕੇ ਉਹਨਾਂ ਨੇ ਪਹਿਲਾਂ ਦੋਵੇਂ ਮਠਿਆਈਆਂ ਦੀਆਂ ਕੁੱਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਪੁਰਖ ਭਗਵੰਤ ਨੇ ਆਪਣੇ ਦੋਵੇਂ ਕਰ ਕਮਲ ਦੋਵੇਂ ਕੁੱਜੀਆਂ ਤੇ ਰੱਖ ਦਿੱਤੇ। ਫਿਰ ਜਦ ਸ਼ਾਹ ਭੀਖਣ ਨੇ ਪਾਣੀ ਅਤੇ ਦੁੱਧ ਦੇ ਭਰੇ ਕੁੱਜੇ ਅੱਗੇ ਕੀਤੇ ਤਾਂ ਦਸ਼ਮੇਸ਼ ਪਿਤਾ ਨੇ ਪਾਵਨ ਚਰਨਾਂ ਨਾਲ ਦੋਵੇਂ ਹੀ ਡੋਲ ਦਿੱਤੇ। ਸਾਰੇ ਅਚਰਜ ਹੋ ਦੇਖਦੇ ਰਹੇ। ਸ਼ਾਹ ਭੀਖਣ ਨੇ ਅੱਗੇ ਵੱਧ ਚਰਨ ਚੁੰਮ ਲਏ। ਫਿਰ ਸ਼ਾਹ ਭੀਖਣ ਨੇ ਸਾਰੀ ਅਡੋਈ ਖੋਲ੍ਹਦੇ ਹੋਏ ਦੱਸਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ ਹੈ, ਇਹ ਧਰਮ ਤਾਂ ਕੁੱਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਬਦਕਿਸਮਤੀ ਹੀ ਇਹ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਅਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਿਮ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਧਰਮ ਚਲਾਵਣ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਸਾਰੀ ਜ਼ਿੰਦਗੀ ਉਹਨਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਅਤੇ ਮਸੀਤ, ਪੂਜਾ ਅਤੇ ਨਿਵਾਸ ਨੂੰ ਇੱਕ ਕਰ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਿੱਧ ਸਵਈਆ ਹੈ। ਦੇਹੂਰਾ ਮਸੀਤ ਸੋਈ, ਪੂਜਾ ਔਰ ਨਿਵਾਸ ਜੋਈ। ਮਾਨਸ ਸਭੇ ਏਕ ਪੈ, ਅਨੇਕ ਕੋ ਪਰਮਾਉ ਹੈ। ਦੇਵਤਾ ਅਦੇਵ ਜਛ, ਗੰਧਰਵ ਤੁਰਕ ਹਿੰਦੂ। ਨਿਆਰੇ ਨਿਆਰੇ ਦੇसन के भेस को प्रभाव है। एके नैन एके कान, एके देह एके बाण। खाक बाद आतिस ओ आब को रलाऊ है। अल्लाह अपेख सोई पुराण, ओ कुरान ओई। एक ही स्वरूप सबे एक ही बनाऊ है। ਚੋਜ। ਆਪ ਜੀ ਰੋਜ਼ ਐਸੇ ਚੋਜ ਕਰ ਰਹੇ ਸਨ ਕਿ ਦੇਖਣ ਵਾਲਿਆਂ ਦੇ ਮਨ ਤਾਂ ਮੋਹੇ ਹੀ ਜਾਂਦੇ ਸਨ, ਪਰ ਉਹਨਾਂ ਵਿੱਚ ਭਵਿੱਖ ਦੀ ਤਸਵੀਰ ਉਗੜ ਕੇ ਸਾਹਮਣੇ ਵੀ ਆ ਰਹੀ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਖੇਡ ਅਕਾਰਨ ਨਹੀਂ ਸੀ। ਉਦਾਹਰਣ ਵਜੋਂ ਜਦ ਉਹ ਗੰਗਾ ਕਿਨਾਰੇ ਜਾਂਦੇ ਤਾਂ ਆਪਣੇ ਚਰਨਾਂ ਨਾਲ ਯਾਤਰੂਆਂ ਤੇ ਇਸ਼ਨਾਨ ਕਰਦਿਆਂ ਦੇ ਗੜਵੇ ਖੋਲ੍ਹ ਦਿੰਦੇ। ਇਹ ਇੱਕ ਵਾਰੀ ਨਹੀਂ, ਤਕਰੀਬਨ ਰੋਜ਼ ਹੀ ਕਰਦੇ। ਉਹ ਸਮਝਾ ਰਹੇ ਸਨ ਕਿ ਇਸ ਗੰਗਾ ਜਲ ਵਿੱਚ ਕੁਝ ਨਹੀਂ, ਸਭ ਕੁਝ ਅੰਤਰਾਤਮੇ ਹੈ। ਇਹਨਾਂ ਭਰਮਾਂ ਨੇ ਹੀ ਧਰਮਾਂ ਦੀ ਥਾਂ ਨਹੀਂ ਰਹਿਣ ਦਿੱਤੀ। ਕਈ ਉੱਚੀਆਂ ਸੁਰਤਾਂ ਵਾਲੇ ਤਾਂ ਜਾਣਗੇ, ਪਰ ਕਈਆਂ ਨੇ ਮਾਤਾ ਤੱਕ ਸ਼ਿਕਾਇਤਾਂ ਵੀ ਪੁਜਾਈਆਂ। ਇੱਕ ਪੁੱਜੀ ਹੋਈ ਆਤਮਾ ਸ਼ਿਵਦੱਤ ਨੇ ਗੰਗਾ ਕਿਨਾਰੇ ਉਹਨਾਂ ਵਿੱਚ ਰਾਮ ਹੀ ਡਿੱਠਾ ਸੀ। ਉਹ ਸਾਰੇ ਪਟਨੇ ਨੂੰ ਆਖ ਰਿਹਾ ਸੀ ਕਿ ਇਹ ਰਾਮ ਅਵਤਾਰ ਹਨ ਅਤੇ ਇਹ ਅੱਜ ਦੇ ਰਾਵਣ ਨੂੰ ਮਾਰਨ ਲਈ ਆਏ ਹਨ। ਹੁਣ ਜਦ ਦਸ਼ਮੇਸ਼ ਪਾਣੀ ਦਾ ਭਰਿਆ ਹੋਇਆ ਗੜਵਾ ਡੋਲ ਦਿੰਦੇ ਤਾਂ ਉਹ ਗੰਗਾ ਵਿੱਚ ਖਲੋਤਾ ਗੁਰੂ ਗੋਬਿੰਦ ਸਿੰਘ ਵੱਲ ਮੂੰਹ ਕਰਕੇ ਸਿਰ ਝੁਕਾ ਦਿੰਦਾ। ਇਸੇ ਤਰ੍ਹਾਂ ਕਈ ਬੱਚੇ ਉਹ ਆਪਣੇ ਨਾਲ ਲੈ ਕੇ ਜਾਂਦੇ ਅਤੇ ਦੋ ਢਾਣੀਆਂ ਬਣਾਉਂਦੇ ਅਤੇ ਜੰਗੀ ਖੇਡਾਂ ਕਰਦੇ। ਤੀਰ ਕਮਾਨ ਦੇ ਆਪੂ ਨਿਸ਼ਾਨੇ ਬਣਦੇ। ਕਈ ਵਾਰੀ ਦੋ ਦਲ ਬਣਾ ਕੇ ਇੱਕ ਦੀ ਅਗਵਾਈ ਆਪੂ ਕਰਦੇ ਅਤੇ ਦੂਜੇ ਦੀ ਕਿਸੇ ਦੂਜੇ ਹਾਣੀ ਨੂੰ ਦੇ ਕੇ ਟਾਕਰੇ ਕਰਵਾਉਂਦੇ। ਕਈ ਵਾਰ ਆਪੂ ਬੈਠ ਜਾਂਦੇ ਅਤੇ ਬੱਚਿਆਂ ਨੂੰ ਜੰਗਾਂ ਕਰਨ ਲਈ ਪ੍ਰੇਰਦੇ। ਫਤਿਹ ਪਾਉਣ ਵਾਲਿਆਂ ਨੂੰ ਮਾਤਾ ਅਤੇ ਮਾਮਾ ਜੀ ਕੋਲੋਂ ਇਨਾਮ ਦਿਲਵਾਉਂਦੇ। ਉਚੇਚੇ ਤੌਰ ਤੇ ਨਿੱਕੇ ਨਿੱਕੇ ਤੀਰ, ਤਲਵਾਰਾਂ ਅਤੇ ਢਾਲਾਂ ਬਣਵਾਈਆਂ ਗਈਆਂ। ਫਿਰ ਪਟਨਾ ਹੀ ਪੱਕਿਆਂ ਹੋਇਆਂ ਸੁਭਾਵਾਂ ਨੂੰ ਤੋੜਨ ਦਾ ਯਤਨ ਕਰਦੇ ਰਹੇ। ਹੀਣਤਾ ਇੱਥੋਂ ਤੱਕ ਲੋਕਾਂ ਦੇ ਹੀਏ ਵਿੱਚ ਧੱਸ ਚੁੱਕੀ ਸੀ ਕਿ ਬਹੁਤ ਵਡੇਰੇ ਅਤੇ ਸਾਰੇ ਬੱਚੇ ਜਦ ਵੀ ਕਿਸੇ ਹਾਕਮ ਜਾਂ ਨਵਾਬ ਦੀ ਸਵਾਰੀ ਲੰਘਦੀ ਤਾਂ ਉਹ ਸਿਰ ਝੁਕਾ ਕੇ ਸਲਾਮਾਂ ਕਰਦੇ। ਕਲਗੀਧਰ ਮਰਦ ਅਗੰਬੜੇ ਨੇ ਬੱਚਿਆਂ ਵਿੱਚ ਐਸੀ ਜੁਰਤ ਭਰ ਦਿੱਤੀ ਕਿ ਉਹ ਲੰਘਦੇ ਨਵਾਬਾਂ ਅਤੇ ਫੌਜਦਾਰਾਂ ਨੂੰ ਹੁਣ ਮੂੰਹ ਚੜਾਉਂਦੇ ਅਤੇ ਜਿੱਚ ਤੱਕ ਵੀ ਕਰ ਜਾਂਦੇ। ਕਈਆਂ ਪਿਆਦਿਆਂ ਨੇ ਬੱਚਿਆਂ ਨੂੰ ਡਰਾਇਆ ਵੀ, ਪਰ ਨਿਰਭੈ ਦੇ ਪਾਸ ਰਹਿ ਕੇ ਉਹਨਾਂ ਵਿੱਚ ਭੈ ਕਿਵੇਂ ਆ ਸਕਦਾ ਸੀ। ਲਿਖਿਆ ਹੈ ਕਿ ਪਟਨਾ ਦੇ ਕੁਝ ਮੁਖੀ ਗੁਰੂ ਬਾਲਕ ਦੇ ਚੋਜ ਦੇਖ ਚਿੰਤਾਤੁਰ ਹੋਏ ਅਤੇ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲਿਖਿਆ ਕਿ ਬੇਟੇ ਨੂੰ ਸਮਝਾਉਣ। ਭੈ ਕਾਹੂ ਕੋ ਦੇਤ ਨਹਿ ਭੈ ਮਨ ਤਾਣ ਦਾ ਉਪਦੇਸ਼ ਦ੍ਰਿੜ ਕਰਨ ਵਾਲੇ ਦਾਤੇ ਨੇ ਮੋੜਵਾਂ ਹੁਕਮਨਾਮਾ ਪਟਨੇ ਦੀ ਸੰਗਤ ਦੇ ਨਾਂ ਲਿਖਿਆ, ਜਿਸ ਦੇ ਸ਼ਬਦ ਹਨ, ਜੋ ਗੋਬਿੰਦ ਕੀਆ ਭਲਾ ਕੀਆ। ਅਬਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ। ਘਰ ਆਏ ਹੀ ਬੈਠੇ ਤਾਂ ਪਵਾਂਦੀ ਦੇਣੀ, ਸਰਹੰਦੀ ਨਹੀਂ ਦੇਣੀ। ਮਾਤਾ ਗੁਜਰੀ ਨੇ ਚਾਅ ਨਾਲ ਚੋਜੀ ਪ੍ਰੀਤਮ ਲਈ ਸੋਨੇ ਦੇ 2 ਕੰਗਣ ਬਣਵਾਏ। ਜਦ ਸਰਬ ਲੋਹ ਦੀ ਰੱਛਿਆ ਹਮਨੇ ਕਹਿਣ ਤੇ ਮੰਗਣ ਵਾਲੇ ਨੇ ਇੱਕ ਕੰਗਣ ਗੰਗਾ ਵਿੱਚ ਸੁੱਟ ਦਿੱਤਾ। ਮਾਤਾ ਜੀ ਨੇ ਜਦ ਪੁੱਛਿਆ ਕਿ ਕੰਗਣ ਕਿੱਥੇ ਹੈ ਤਾਂ ਮਾਤਾ ਜੀ ਦੀ ਬਾਂਹ ਪਕੜ ਕੇ ਗੰਗਾ ਕਿਨਾਰੇ ਲੈ ਗਏ ਅਤੇ ਦੂਜਾ ਵੀ ਬਾਂਹ ਤੋਂ ਉਤਾਰ ਕੇ ਦੂਰ ਸੁੱਟ ਕੇ ਕਹਿਣ ਲੱਗੇ, ਮਾਂ ਉੱਥੇ। ਜਦ ਪਾਸ ਖਲੋਤੇ ਨੇ ਉਹ ਕਿਹਾ ਤਾਂ ਆਪ ਜੀ ਨੇ ਫਰਮਾਇਆ, ਇਨਹੂ ਕੜਿਓ
ਤਿਉਂ ਜਾਵਣਾ ਹੀ ਥਾਂ। ਕੱਲ ਨਾ ਗਏ ਅੱਜ ਹੀ ਗਏ, ਜਾਣ ਵਾਲੀ ਵਸਤੂ ਦਾ ਪਛਤਾਵਾ ਕਾਹਦਾ। ਸਭ ਕੁਝ ਲੁਟਾ ਕੇ ਸ਼ੁਕਰ ਕਰਨ ਵਾਲਾ ਸਾਡੇ ਲਈ ਪੂਰਨੇ ਪਾ ਰਿਹਾ ਸੀ। ਫਤਿਹ ਚੰਦ ਮੈਣੀ ਗੋਤਰ ਦਾ ਇੱਕ ਜਗੀਰਦਾਰ ਸੀ। ਰਾਜਾ ਕਰਕੇ ਉਹ ਸਤਿਕਾਰਿਆ ਜਾਂਦਾ ਸੀ। ਉਸ ਨੇ ਆਪਣਾ ਇੱਕ ਬਾਗ ਲਗਵਾਇਆ ਹੋਇਆ ਸੀ। ਗੁਰੂ ਜੀ ਕਈ ਵਾਰੀ ਬਾਲਕਾਂ ਨੂੰ ਲੈ ਕੇ ਹੀ ਉੱਧਰ ਨਿਕਲ ਜਾਂਦੇ ਸਨ। ਉਸ ਦੀ ਰਾਣੀ ਰੋਜ਼ ਬਾਲਕਾਂ ਨੂੰ ਆਪਣੇ ਮਹਿਲਾਂ ਵੱਲੋਂ ਲੰਘਦਾ ਦੇਖਦੀ। ਉਹ ਵੀ ਉਹਨਾਂ ਦੀ ਸੋਹਣੀ ਸੂਰਤ ਵੱਲ ਖਿੱਚੀ ਹੀ ਗਈ। ਇੱਕ ਵਾਰੀ ਉਸ ਨੂੰ ਇਹ ਸੋਚ ਫੁਰੀ ਕਿ ਐਸਾ ਬਾਲਕ ਉਸਦੇ ਘਰ ਵੀ ਖੇਡੇ। ਅੰਤਰਜਾਮੀ ਸਾਰੇ ਬਾਲਕਾਂ ਨੂੰ ਲੈ ਕੇ ਉਸਦੇ ਮਹਿਲਾਂ ਵਿੱਚ ਜਾ ਵੜੇ ਅਤੇ ਰਾਣੀ ਦੀ ਝੋਲੀ ਵਿੱਚ ਬੈਠ ਮਾਂ ਕਿਹਾ ਅਤੇ ਬੱਚਿਆਂ ਨੂੰ ਜੋ ਕੁਝ ਤਿਆਰ ਸੀ ਦੇਣ ਲਈ ਫਰਮਾਇਆ। ਕਹਿੰਦੇ ਹਨ ਕਿ ਉਸ ਸਮੇਂ ਉਬਲੇ ਹੋਏ ਛੋਲੇ ਤਿਆਰ ਸਨ। ਸਾਰਿਆਂ ਨੇ ਉਹੀ ਹੀ ਖਾਧੇ। ਫਿਰ ਤਾਂ ਇਹ ਨਿੱਤ ਦਾ ਹੀ ਕਰਮ ਬਣ ਗਿਆ ਅਤੇ ਛੋਲਿਆਂ ਨਾਲ ਦੁੱਧੀ ਪੂੜੀਆਂ ਵੀ ਬਾਲਕਾਂ ਨੂੰ ਮਿਲਦੀਆਂ ਰਹੀਆਂ। ਜਦ ਮਾਤਾ ਗੁਜਰੀ ਨੇ ਕਿਹਾ, ਇੱਕ ਪੁੱਤ ਅਤੇ ਦੋ ਮਾਵਾਂ ਕਿਵੇਂ? ਦੋ ਗੋਦਾਂ ਵਿੱਚ ਇੱਕ ਕਿਵੇਂ ਖੇਡੇਗਾ? ਤਾਂ ਸਰਬ ਪਾਲਕ ਨੇ ਕਿਹਾ, ਜਿਵੇਂ ਦੋ ਅੱਖਾਂ ਵਿੱਚ ਇੱਕ ਨਜ਼ਰ, ਦੋ ਸਰੋਵਰਾਂ ਵਿੱਚ ਇੱਕ ਚੰਦ। ਕਈ ਵਾਰ ਖੇਡਦੇ ਖੇਡਦੇ ਜਗਤ ਸੇਠ, ਰਲਾ ਸੇਠ, ਮਾਧੋ ਸੇਠ ਦੇ ਘਰਾਂ ਵਿੱਚ ਵੀ ਚਲੇ ਜਾਂਦੇ। ਇੱਕ ਕੋੜੀ ਰੋਜ਼ ਰਾਹ ਮੱਲ ਖਲੋਂਦਾ ਸੀ। ਆਪ ਜੀ ਹੱਥੀਂ ਸੇਵਾ ਕਰਦੇ ਅਤੇ ਰਹਿਮਤਾਂ ਕਰਕੇ ਨਵਾਂ ਨਰੋਆ ਕੀਤਾ। ਜਿਸ ਹਵੇਲੀ ਵਿੱਚ ਆਪ ਜੀ ਰਹਿੰਦੇ ਸਨ ਉੱਥੇ ਇੱਕ ਖੂਹ ਸੀ। ਜਦ ਘੜੇ ਭਰਨ ਲਈ ਔਰਤਾਂ ਪੁੱਜਦੀਆਂ ਤਾਂ ਆਪ ਜੀ ਗੁਲੇਲ ਨਾਲ ਘੜੇ ਫੋੜ ਦਿੰਦੇ। ਮਾਤਾ ਜੀ ਨੇ ਪਿੱਤਲ ਦੀਆਂ ਗਾਗਰਾਂ ਬਣਵਾ ਦਿੱਤੀਆਂ ਤਾਂ ਆਪ ਜੀ ਨੇ ਤੀਰ ਕਮਾਨਾਂ ਨਾਲ ਛੇਕ ਕਰ ਦਿੱਤੇ। ਮਾਤਾ ਜੀ ਨੇ ਨਿੱਤ ਦਾ ਝਗੜਾ ਦੇਖ ਖੂਹ ਹੀ ਖਾਰਾ ਹੋ ਜਾਣ ਦੀ ਅਰਦਾਸ ਕੀਤੀ। ਕਰਨਾ ਪਾਤਸ਼ਾਹ ਦਾ ਕਿ ਖੂਹ ਹੀ ਖਾਰਾ ਹੋ ਗਿਆ। ਗੁਲੇਲਾਂ ਅਤੇ ਤੀਰ ਕਮਾਨਾਂ ਤੋਂ ਡਰਨ ਵਾਲਿਆਂ ਲਈ ਇਹ ਜਲ ਖਾਰਾ ਹੀ ਹੈ। ਜਗਤ ਸੇਠ ਵੀ ਪਿਆਰ ਵਿੱਚ ਖੀਵਾ ਹੁੰਦਾ ਰਿਹਾ। ਨਵਾਬ ਰਹੀਮ ਬਖਸ਼ ਤਾਂ ਮੁਰੀਦ ਹੀ ਬਣ ਗਿਆ। ਗੱਲ ਕੀ ਹਿੰਦੂ ਮੁਸਲਮਾਨ, ਰਾਜਾ ਪਰਜਾ, ਨਵਾਬ ਅਤੇ ਪੀਰ ਸਭ ਉਹਨਾਂ ਵਿੱਚ ਪਰਮਾਤਮਾ ਅਤੇ ਅੱਲਾ ਦਾ ਨੂਰ ਹੀ ਦੇਖਦੇ ਸਨ। ਇਸ ਤਰ੍ਹਾਂ 6 ਸਾਲ ਗੁਜ਼ਰ ਗਏ। ਉੱਧਰ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਪੁੱਜਣ ਨਾਲ ਲੋਕਾਂ ਨੂੰ ਧਰਵਾਸ ਮਿਲਿਆ। ਔਰੰਗਜ਼ੇਬ ਆਪੂ ਤਬਲੀਗ ਦੇ ਕੰਮ ਨੂੰ ਦੇਖ ਰਿਹਾ ਸੀ, ਪਰ ਗੁਰੂ ਜੀ ਦੇ ਪੰਜਾਬ ਵਿੱਚ ਹੋਣ ਕਾਰਨ ਉਸ ਨੂੰ ਇਸ ਪਾਸੇ ਬਹੁਤੀ ਕਾਮਯਾਬੀ ਨਾ ਮਿਲੀ। ਸਿਆਰ ਉਲ ਮੁਤਾਖਰੀਨ ਦਾ ਲਿਖਾਰੀ ਲਿਖਦਾ ਹੈ ਕਿ ਸਿੱਖਾਂ ਦੀ ਜਥੇਬੰਦੀ ਇਤਨੀ ਮਜ਼ਬੂਤ ਹੋ ਰਹੀ ਸੀ ਕਿ ਪੂਰਾ ਸ਼ੱਕ ਹੋ ਗਿਆ ਸੀ ਕਿ ਜਥੇਬੰਦੀ ਹਕੂਮਤ ਦੇ ਮਨਸੂਬਿਆਂ ਵਿੱਚ ਰੋਕ ਪਾਵੇਗੀ। ਗੁਰੂ ਜੀ ਪੰਜਾਬ ਦੇ ਸੂਫੀ ਸੰਤਾਂ ਅਤੇ ਖੁੱਲ੍ਹੇ ਸੁਭਾਵਾਂ ਵਾਲੇ ਮੁਸਲਮਾਨਾਂ ਨਾਲ ਵੀ ਸਾਂਝ ਬਣਾ ਰਹੇ ਸਨ। ਗੁਰੂ ਜੀ ਦੇ ਹੁਕਮਨਾਮਿਆਂ ਵਿੱਚੋਂ ਸੈਫਦੀਨ ਪਟਿਆਲੇ ਵਾਲੇ ਦਾ ਨਾਂ ਕਈ ਵਾਰੀ ਆਇਆ ਹੈ। ਆਰਿਫ ਦੀਨ ਮੌਲੇ ਸ਼ਾਹ ਦਾ ਨਾਂ ਵੀ ਸਿੱਖ ਇਤਿਹਾਸ ਨੇ ਲਿਖਿਆ ਹੈ। ਸਰਕਾਰੀ ਕਰਮਚਾਰੀ ਗੁਰੂ ਜੀ ਦੇ ਦੌਰਿਆਂ ਨੂੰ ਰਾਜ ਸ਼ਾਸਨ ਵਿਰੁੱਧ ਦੱਸ ਕੇ ਔਰੰਗਜ਼ੇਬ ਨੂੰ ਭੜਕਾਊ ਰਿਪੋਰਟਾਂ ਭੇਜ ਰਹੇ ਸਨ। ਔਰੰਗਜ਼ੇਬ ਨੂੰ ਕੇਵਲ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੀ ਨਜ਼ਰ ਆ ਰਹੀ ਸੀ, ਜਿਸ ਦਾ ਅਸਰ ਸਾਰੇ ਹਿੰਦੁਸਤਾਨ ਤੇ ਪੈ ਰਿਹਾ ਸੀ। ਗੁਰੂ ਤੇਗ ਬਹਾਦਰ ਜੀ ਨੇ ਸਾਰੇ ਪੰਜਾਬ ਵਿੱਚ ਨਵਾਂ ਸਾਹਸ ਭਰ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਨੇ ਜਦ ਪੰਜਾਬ ਦੀ ਹੋਰ ਵਿਗੜਦੀ ਦਸ਼ਾ ਦੇਖੀ ਤਾਂ ਬਾਲਕ ਗੁਰੂ ਨੂੰ ਪਾਸ ਬੁਲਾਉਣਾ ਹੀ ਠੀਕ ਸਮਝਿਆ। ਆਗਿਆ ਭੇਜੀ ਕਿ ਉਹ ਛੇਤੀ ਪੰਜਾਬ ਮੁੜਨ। ਦੂਜੇ ਭਾਂਤ ਭਾਂਤ ਦੀ ਸਿੱਖਿਆ ਦੇਣ ਲਈ ਉਹ ਗੁਰੂ ਜੀ ਨੂੰ ਕੁਝ ਚਿਰ ਕੋਲ ਰੱਖਣਾ ਜ਼ਰੂਰੀ ਸਮਝਦੇ ਸਨ। ਬਚਿੱਤਰ ਨਾਟਕ ਦੇ ਹੀ ਸ਼ਬਦਾਂ ਵਿੱਚ, ਮਦਰ ਦੇਸ਼ ਹਮ ਕੋ ਲੈ ਆਏ, ਭਾਂਤ ਭਾਂਤ ਡਾਇਆਨ ਦੁਲਰਾਏ, ਕੀਨੀ ਅਨੇਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਛਾ। ਭਾਗ ਤੀਜਾ। ਪਟਨਾ ਤੋਂ ਅਨੰਦਪੁਰ। ਵਿਦਾਇਗੀ। ਪਟਨਾ ਨਿਵਾਸੀਆਂ ਨੇ ਜਦ ਚੋਜੀ ਬਾਲਕ ਦਾ ਪੰਜਾਬ ਜਾਣਾ ਸੁਣਿਆ ਤਾਂ ਵਿਜੋਗ ਦੀ ਮੂਰਤ ਹੀ ਬਣ ਗਏ। ਇਵੇਂ ਜਿਵੇਂ ਨੀਰ ਤਜੇ ਸਫਰੀ ਦੀ ਹਾਲਤ ਹੁੰਦੀ ਹੈ। ਕਹਿੰਦੇ ਹਨ ਕਿ ਜਗਤ ਸੇਠ ਅਤੇ ਰਹੀਮ ਬਖਸ਼ ਨੇ ਤਰਲੇ ਵੀ ਕੀਤੇ, ਪਰ ਗੁਰੂ ਜੀ ਨੇ ਆਗਿਆ ਦੀ ਗੱਲ ਆਖ ਕੇ ਤਿਆਰੀਆਂ ਕਰ ਲਈਆਂ। ਪਾਤਸ਼ਾਹ ਨੇ ਇੱਕ ਕਟਾਰ, ਤਲਵਾਰ ਅਤੇ ਪੋਸ਼ਾਕ ਦਿੱਤੀ ਤਾਂ ਕਿ ਉਸ ਦਾ ਧਿਆਨ ਜੁੜਿਆ ਰਹੇ। ਨਾਲ ਇਹ ਵੀ ਫਰਮਾਇਆ ਕਿ ਜਦ ਵੀ ਛੋਲੇ ਅਤੇ ਦੁੱਧੀ ਪੂਰੀਆਂ ਬੱਚਿਆਂ ਨੂੰ ਬਿਠਾਲ ਕੇ ਖਿਲਾਉਂਗੇ, ਉਹਨਾਂ ਵਿੱਚ ਬੈਠਾ ਖਾਂਦਾ ਮੈਨੂੰ ਹੀ ਪ੍ਰਤੀਤ ਕਰੋਗੇ। ਕਿਰਪਾਨ ਅਕਾਲ ਪੁਰਖ ਦੀ ਹੀ ਚਿੰਨ੍ਹ ਹੈ ਅਤੇ ਪ੍ਰਤੱਖ ਦਰਸ਼ਨ, ਸੇਵਾ ਅਤੇ ਪਾਠ ਨਾਲ ਹੋ ਜਾਂਦੇ ਹਨ। ਰਹੀਮ ਬਖਸ਼ ਨੂੰ ਵਰ ਦਿੰਦੇ ਹੋਏ ਕਿਹਾ ਕਿ ਜਪ ਸਾਹਿਬ ਦੇ ਪਾਠ ਸਮੇਂ ਉਹ ਉਸਦੇ ਕੋਲ ਹੀ ਹੋਣਗੇ। ਸ਼ਿਵ ਦੱਤ ਨੂੰ ਰੋਜ਼ ਅੰਮ੍ਰਿਤ ਵੇਲੇ ਪ੍ਰਤੱਖ ਦਰਸ਼ਨ ਦੇਣ ਦੀ ਦਾਤ ਮਿਲ ਗਈ। ਜਗਤ ਸੇਠ ਦੀ ਮੁਕਤੀ ਅਤੇ ਭਗਤੀ ਦਾ ਵਰ ਦਿੱਤਾ। ਜਦ ਸਾਰੀ ਸੰਗਤ ਨੇ ਬੇਨਤੀ ਕੀਤੀ ਤਾਂ ਆਪ ਜੀ ਨੇ ਪਟਨਾ ਨਿਵਾਸੀਆਂ ਤੇ ਬਖਸ਼ਿਸ਼ਾਂ ਕਰਦੇ ਹੋਏ ਫਰਮਾਇਆ, ਜੋ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰ ਹੋਵੇਗਾ, ਆਸਾ ਦੀ ਵਾਰ ਸੁਣੇਗਾ, ਉਸ ਨੂੰ ਮੰਦਰ ਵਿੱਚ ਹੀ ਦਰਸ਼ਨ ਹੋਣਗੇ। ਪਟਨਾ ਨਿਵਾਸੀਆਂ ਦੀ ਹਾਲਤ ਬਾਰੇ ਗੁਰੂ ਬਿਲਾਸ ਵਿੱਚ ਲਿਖਿਆ ਹੈ ਕਿ ਕਈ ਦਿਨ ਨਗਰ ਵਾਸੀਆਂ ਦਾ ਮਨ ਉਚਾਟ ਰਿਹਾ। ਮਨ ਤੋਂ ਗਿਆ ਕਿਰਪਾ ਨਿਧ ਸੰਗਾ,
कौन करे कारज मन रंगा। पटना ते नेड़े दीआं संगतां ने गुरु जी ਲਈ ਜੋ ਸਨੇਹ ਦਸੀ ਰੱਖਿਆ, ਉਸ ਦਾ ਪ੍ਰਗਟਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਤੋਂ ਮਿਲਦਾ ਹੈ। ਸਨੇਹ ਨਾਲ ਸਾਹਸ ਵੀ ਉਹ ਦਿਖਾ ਰਹੇ ਸਨ। ਜਦ ਪਟਨਾ ਦਾ ਇਲਾਕਾ ਔਰੰਗਜ਼ੇਬ ਦੇ ਪੋਤਰੇ ਅਜੀਮ ਉਲ ਸ਼ਾਨ ਦੇ ਹਵਾਲੇ ਹੋਇਆ ਤਾਂ ਉਸ ਦੇ ਲਸ਼ਕਰ ਵਿੱਚ ਪਟਨਾ ਦੇ ਲੋਕੀ ਸ਼ਾਮਲ ਵੀ ਹੋਏ ਅਤੇ ਕੁਝ ਰੁਜ਼ਗਾਰ ਲਈ ਪੁੱਜੇ ਤਾਂ ਉਹਨਾਂ ਹਰ ਪ੍ਰਕਾਰ ਦੀ ਸਹਾਇਤਾ ਨਿਰਭੈ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜੀ। ਇੱਥੋਂ ਤੱਕ ਕਿ ਗੁਰੂ ਜੀ ਨੇ ਸ਼ਹਿਜ਼ਾਦੇ ਅਜੀਮ ਦੇ ਲਸ਼ਕਰ ਨੂੰ ਸੰਗਤ ਦੇ ਨਾਂ ਨਾਲ ਹੀ ਯਾਦ ਕੀਤਾ। ਹੁਕਮਨਾਮੇ ਦੇ ਸ਼ਬਦ ਹਨ: ਭਾਈ ਹੁਕਮ ਸਿੰਘ ਜੀ, ਮਤੀ ਦਾਸ, ਸਰਬੱਤ ਸੰਗਤ ਸ਼ਹਿਜ਼ਾਦਾ ਅਜੀਮ ਦੇ ਲਸ਼ਕਰ ਲਈ ਗੁਰੂ ਰੱਖੇਗਾ। 100 ਤੋਲਾ ਸੋਨਾ फरमाइश कर भेजना। गुरु संगत के रुजगार अंदर बरकत करेगा। सावन 24 संमत 1751 बिक्रमी माई ने सारी जिंदगी की कमाई संगत की सेवा ते ला दी। जिस हांडी विच उस गुरु जी लिए खिचड़ी बनाई ਉਹ ਮਾਈ ने सांभ के रखी ਅਤੇ ਉਸ ਦਾ ਘਰ ਧਰਮਸ਼ਾਲ ਬਣ ਗਿਆ ਅਤੇ ਹਾਂਡੀ ਵਾਲੀ ਸੰਗਤ ਕਰਕੇ ਸਥਾਨ ਪ੍ਰਸਿੱਧ ਹੋਇਆ। ਦਾਨਾਪੁਰ ਹੀ ਗੁਰੂ ਹਰ ਰਾਏ ਜੀ ਲੰਮੇ ਸਮੇਂ ਤੋਂ ਇੱਕ ਭਗਤ ਗਿਰੀ ਜੋ ਪਹਿਲਾਂ ਬੁੱਧ ਧਰਮ ਦਾ ਪ੍ਰਚਾਰ ਕਰਦਾ ਸੀ, ਗੁਰੂ ਜੀ ਦੀ ਸੰਗਤ ਨਾਲ ਸਿੱਖੀ ਪ੍ਰਚਾਰ ਕਰਨ ਲੱਗਾ, ਆ ਕੇ ਮਿਲਿਆ। ਦਾਨਾਪੁਰ ਤੋਂ ਆਰਾ, ਡੁਮਰਾ ਜੰਕਸ਼ਨ, ਬਕਸਰ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਛੋਟਾ ਮਿਰਜ਼ਾਪੁਰ ਅੱਪੜੇ। 4 ਦਿਨ ਛੋਟਾ ਮਿਰਜ਼ਾਪੁਰ ਟਿਕਾਣਾ ਰੱਖਿਆ ਤੇ ਉੱਥੋਂ ਕਾਸ਼ੀ ਆਏ। ਬਨਾਰਸ ਗੁਰੂ ਜੀ ਦਾ ਆਉਣਾ ਸੁਣ ਕੇ ਸੰਗਤਾਂ ਦੂਰ ਨੇੜੇ ਤੋਂ ਦਰਸ਼ਨਾਂ ਲਈ ਆਈਆਂ। ਬਨਾਰਸ ਦੀ ਸੰਗਤ ਕਾਫੀ ਪ੍ਰਸਿੱਧ ਸੀ। ਭਾਈ ਜਵੇਰੀ ਮੱਲ ਉਹਨਾਂ ਵਿੱਚ ਸਿੱਖੀ ਮਰਿਆਦਾ ਦਾ ਪ੍ਰਚਾਰ ਕਰ ਰਹੇ ਸਨ। ਬਨਾਰਸ ਦੀ ਸੰਗਤ ਨੂੰ ਹੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਹਾ ਸੀ। ਉੱਥੋਂ ਹੀ ਜੌਨਪੁਰ ਦੀ ਸੰਗਤ ਵੀ ਆਈ। ਭਾਈ ਗੁਰਦਾਸ ਜੀ ਜਦ ਵਿਦੇਸ਼ਾਂ ਵਿੱਚ ਪ੍ਰਚਾਰ ਕਰ ਰਹੇ ਸਨ ਤਾਂ ਉਹਨਾਂ ਸਭ ਤੋਂ ਪਹਿਲਾਂ ਜੌਨਪੁਰ ਦੀ ਸੰਗਤ ਕਾਇਮ ਕੀਤੀ। ਪਿੱਛੋਂ ਜਦੋਂ ਗੁਰੂ ਤੇਗ ਬਹਾਦਰ ਜੀ ਆਏ ਤਾਂ ਉਹਨਾਂ ਇੱਕ ਮਿਰਦੰਗ ਇਸ ਸੰਗਤ ਨੂੰ ਬਖਸ਼ੀ ਸੀ। ਜੌਨਪੁਰ ਦੀ ਸੰਗਤ ਦਾ ਨਾਂ ਹੀ ਮਿਰਦੰਗ ਵਾਲੀ ਸੰਗਤ ਪੈ ਗਿਆ ਸੀ। ਭਾਈ ਗੁਰਬਖਸ਼ ਸਿੰਘ ਜੀ ਸਿੱਖਾਂ ਸਮੇਤ ਬਨਾਰਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਏ। ਜਦ ਬਨਾਰਸ ਦੇ ਕੁਝ ਪੰਡਤਾਂ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ ਗੁਰੂ ਕਿਉਂ ਦਾਨ ਲੈਂਦੇ ਹਨ ਜਦੇ ਕਿ ਇਹ ਹੱਕ ਤਾਂ ਬ੍ਰਾਹਮਣਾਂ ਦਾ ਹੈ, ਤਾਂ ਦਸ਼ਮੇਸ਼ ਪਿਤਾ ਜੀ ਨੇ ਕਿਹਾ ਕਿ ਇਹ ਕੋਈ ਨਿਰਭੈ ਜਾਂ ਲਾਲਚ ਵਿੱਚ ਦਿੱਤਾ ਦਾਨ ਨਹੀਂ, ਦੇਣ ਦੀ ਰੁਚੀ ਪੈਦਾ ਕਰਨ ਲਈ ਹੈ ਅਤੇ ਫਿਰ ਇਹ ਲੋਕਾਂ ਦਾ ਹੈ ਅਤੇ ਲੋਕਾਂ ਤੇ ਹੀ ਲੱਗਦਾ ਹੈ। ਜਲ ਵਾਂਗ ਹੈ, ਬੂਟਾ ਜਲ ਲੈਂਦਾ ਹੈ ਅਤੇ ਦੇਣ ਦਾ ਮਿੱਠਾ ਫਲ ਹੈ। ਬਨਾਰਸ ਤੋਂ ਆਪ ਜੀ ਪ੍ਰਯਾਗ ਅਤੇ ਫਿਰ ਅਯੋਧਿਆ ਪੁੱਜੇ। ਪ੍ਰਯਾਗ 10 ਦਿਨ ਵਿਸ਼ਰਾਮ ਕੀਤਾ ਸੀ। ਅਯੋਧਿਆ ਲਾਗੇ ਹੀ ਭਾਈ ਬਿਧੀ ਚੰਦ ਅਤੇ ਸੁੰਦਰ ਸ਼ਾਹ ਦੀ ਇਕੱਠੀ ਸਮਾਧ ਤੇ ਕਬਰ ਸੀ। ਅਯੋਧਿਆ ਦਰਸ਼ਨਾਂ ਲਈ ਉਮੜ ਪਈ। ਸ਼੍ਰੀ ਗੁਰੂ ਕੇ ਦਰਸ਼ਨ ਕੀ ਧਾਰੀ, ਉਮੜ ਔਦ ਪੁਰੀ ਬਰਸਾਰੀ। ਉੱਥੋਂ ਆਪ ਜੀ ਲਖਨਊ ਪੁੱਜੇ। ਭਗਤ ਭਗਵਾਨ ਨੇ ਬਹੁਤ ਸਤਿਕਾਰ ਕੀਤਾ। ਆਪ ਜੀ ਇੱਕ ਅੰਦਾਜ਼ੇ ਮੁਤਾਬਕ ਲਖਨਊ 2 ਮਹੀਨੇ ਰਹੇ। ਟੁਰਦੀ ਵਾਰੀ ਆਪ ਜੀ ਨੇ ਭਗਤ ਭਗਵਾਨ ਨੂੰ ਇੱਕ ਤਲਵਾਰ ਬਖਸ਼ੀ। ਲਖਨਊ ਵਿੱਚ ਵੀ ਸੰਗਤ ਬਣ ਗਈ। ਲਖਨਊ ਤੋਂ ਆਪ ਜੀ ਕਾਨਪੁਰ ਅਤੇ ਬਠੂਰ ਗਏ। ਬਠੂਰ ਇੱਕ ਪੁਰਾਤਨ ਬੀੜ ਵੀ ਹੈ ਜਿਸ ਤੇ ਗੁਰੂ ਜੀ ਦੀ ਮੋਹਰ ਛਾਪ ਹੈ। ਬਠੂਰ ਤੋਂ ਕਨੌਜ ਪੁੱਜੇ। ਕਨੌਜ ਹੀ ਸੰਸਾਰ ਪ੍ਰਸਿੱਧ ਮਦਾਰ ਦੀ ਕਬਰ ਹੈ। ਉੱਥੋਂ ਹੀ ਪਿੱਛੋਂ ਮਦਾਰ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਆਇਆ ਸੀ। ਉੱਥੋਂ 84 ਟੁੰਡਲਾ ਅਤੇ ਆਗਰਾ ਪੁੱਜੇ। ਔਰੰਗਜ਼ੇਬ ਉਸ ਸਮੇਂ ਆਗਰਾ ਨਹੀਂ ਸੀ। ਆਗਰੇ ਤੋਂ ਜਦ ਮਥੁਰਾ ਆਏ ਤਾਂ ਬਿਰਜ ਲਾਲ ਚੋਬੇ ਨੇ ਸਤਿਕਾਰ ਕੀਤਾ। ਬ੍ਰਿੰਦਾਬਨ ਅਤੇ ਅਲੀਗੜ੍ਹ ਹੁੰਦੇ ਹੋਏ ਹਰਿਦੁਆਰ ਕਣਖਲ ਗਏ। ਗੁਰੂ ਅਮਰਦਾਸ ਜੀ ਦੇ ਅਸਥਾਨ ਤੇ ਵੀ ਕੁਝ ਚਿਰ ਟਿਕੇ। ਉੱਥੋਂ ਸੰਬਲਪੁਰ, ਭਗਵਾਨਪੁਰ, ਬੁੜੀਏ ਪੁੱਜੇ। ਔਰੰਗਜ਼ੇਬ ਨੇ ਉਚੇਚਾ ਹੁਕਮ ਬੁੜੀਆਂ ਦੇ ਗੁਰੂ ਅਸਥਾਨ ਨੂੰ ਢਾਉਣ ਦਾ ਦਿੱਤਾ ਸੀ। ਆਪ ਜੀ ਦੇ ਚਰਨ ਪੈਣ ਨਾਲ ਇਲਾਕੇ ਵਿੱਚ ਸਾਹਸ ਆਇਆ। ਉੱਥੇ ਪਿੰਡ ਦੀਪਲਾ ਦੇ ਨੇੜੇ ਕੁੰਡ ਪਾਸ ਡੇਰਾ ਰੱਖਿਆ। ਉੱਥੋਂ ਸਡੋਰਾ, ਰਾਏਪੁਰ ਰਾਣੀ, ਅੰਬਾਲਾ ਤੋਂ ਹੁੰਦੇ ਲਖਨੌਰ ਪੁੱਜੇ। ਲਖਨੌਰ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕਾ ਪਿੰਡ ਸੀ। ਭਾਈ ਲਾਲ ਚੰਦ ਇੱਥੋਂ ਹੀ ਕਰਤਾਰਪੁਰ ਜਾ ਵਸੇ ਸਨ। ਲਖਨੌਰ ਕੁਝ ਮਹੀਨੇ ਟਿਕਾਣਾ ਜ਼ਰੂਰ ਰਿਹਾ ਹੈ, ਪਰ ਇਹ ਠੀਕ ਨਹੀਂ ਕਿ ਆਪ ਜੀ ਇੱਥੇ 2 ਸਾਲ ਰਹੇ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਇੱਥੇ ਹੀ ਸੁਣਿਆ ਸੀ। ਗੁਰੂ ਤੇਗ ਬਹਾਦਰ ਜੀ ਨੇ ਤਾਂ ਨਿਰੋਲ ਇਸ ਲਈ ਪਾਸ ਬੁਲਾਇਆ ਸੀ ਕਿ ਉਹਨਾਂ ਨੂੰ ਭਾਂਤ ਭਾਂਤ ਕੀ ਸਿੱਖਿਆ ਆਪੂ ਦੇ ਜਾਣ। ਲਖਨੌਰ ਹੀ ਭੀਖਣ ਸ਼ਾਹ ਫਿਰ ਦਰਸ਼ਨਾਂ ਨੂੰ ਆਏ। ਜਦ ਉਸਨੇ ਨਿਮਰਤਾ ਵਿੱਚ ਕਿਹਾ ਕਿ ਅਸੀਸ ਦਿਓ ਕਿ ਮੇਰਾ ਟੁਕੜਾ ਤੁਰਦਾ ਰਹੇ ਤਾਂ ਆਪ ਜੀ ਨੇ ਬਖਸ਼ਿਸ਼ ਦੇ ਦਾਰਾ ਫਰਮਾਇਆ
चिरंकाल रह देग तुम्हारी, जो तेरे टुकड़े को खोवे, खोए जहाँ सुनहे थिर होवे। सूरज प्रकाश ने निजी गवाही दी है कि शाह भीखण के रहे फकीर, देत देग जो आवे तीर, सिंह भूम नह छीन्यो काहू, रहियो तिन्हु टिग सब हिन माहू। फिर आप जी संगतां समेत भीखण शाह दे पिंड ठसका भी गए। आप जी ਦੇ ਸਾਹਸ ਦੀਆਂ ਸਾਖੀਆਂ ਸਾਰੇ ਪਾਸੇ ਫੈਲ ਗਈਆਂ ਸਨ। ਆਪ ਜੀ ਕਿਤਨੇ ਨਿਝੱਕ ਸਨ ਅਤੇ ਪਵਿੱਤਰਤਾ ਦੇ ਪੂਰਨੇ ਕਿਵੇਂ ਪਾ ਰਹੇ ਸਨ। ਉਸ ਦੀ ਇੱਕ ਸਾਖੀ ਇਸ ਤਰ੍ਹਾਂ ਆਉਂਦੀ ਹੈ ਕਿ ਨਨਹੇੜੀ ਪਿੰਡ ਦਾ ਮਸੰਦ ਘੋਗਾ ਆਪ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਗਿਆ। ਪਿੰਡ ਪੁੱਜੇ ਤਾਂ ਲੋਕਾਂ ਨੇ ਦੱਸਿਆ ਕਿ ਇਹ ਮਸੰਦ ਤਾਂ ਆਚਰਣਹੀਨ ਅਤੇ ਬਹੁਤ ਹੀ ਗਿਰੀਆਂ ਹੋਈਆਂ ਹਰਕਤਾਂ ਕਰਦਾ ਹੈ। ਕਾਮਿਲ ਅਖਲਾਕ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੇ ਘਰ ਦਾ ਪਾਣੀ ਵੀ ਨਾ ਪੀਤਾ ਅਤੇ ਘੋਗਾ ਕਪਟ ਦਾ ਮੋਗਾ ਆਖ ਕੇ ਵਾਪਸ ਲਖਨੌਰ ਆ ਗਏ। ਲਖਨੌਰ ਹੀ ਪ੍ਰਸਿੱਧ ਸੂਫੀ ਫਕੀਰ ਆਰਿਫ ਦੀਨ ਜੋ ਪਾਲਕੀ ਵਿੱਚ ਸਵਾਰ ਸੀ, ਉਸ ਵੇਲੇ ਉੱਧਰੋਂ ਲੰਘਿਆ ਜਦ ਗੁਰੂ ਜੀ ਬਾਲਕਾਂ ਨਾਲ ਜੰਗੀ ਮਸ਼ਕਾਂ ਕਰ ਰਹੇ ਸਨ। ਗੁਰੂ ਜੀ ਨੂੰ ਦੇਖ ਕੇ ਪਾਲਕੀ ਤੋਂ ਉਤਰਿਆ ਤੇ ਕਨ੍ਹਈਆ ਲਾਲ ਦੇ ਕਥਨ ਅਨੁਸਾਰ ਗੁਰੂ ਜੀ ਦੇ ਚਰਨ ਛੂਹੇ ਅਤੇ ਉੱਥੇ ਹੀ ਉਸਨੇ ਆਪਣੇ ਮੁਰੀਦ ਨੂੰ ਕਿਹਾ, ਅੱਜ ਰੱਬੀ ਇਲਮ ਦੇ ਖਜ਼ਾਨੇ ਦੀ ਕੁੰਜੀ ਇਸ ਬਾਲਕ ਦੇ ਹੱਥ ਵਿੱਚ ਹੈ। ਫਿਰ ਜਿੱਥੋਂ ਤੀਕ ਗੁਰੂ ਦਿਸਦੇ ਰਹੇ ਪੈਦਲ ਟੁਰਿਆ, ਚੜਿਆ ਨਹੀਂ ਪਾਲਕੀ ਉੱਤੇ। ਐਸਾ ਆਦਬ ਉਸ ਕਰਿਆ, ਗੁਰੂ ਜੀ ਮੇਰਾ ਕਰਦੇ ਬਖਸ਼ਿਸ਼ਾਂ ਵੰਡਦੇ। ਭੁਸਥਲ ਮਹਿਦੋਂ ਭਾਣੋ ਖੇੜੀ ਸੂਲਰ ਪਿੰਡਾਂ ਤੱਕ ਵੀ ਹੋ ਆਉਂਦੇ। ਲਖਨੌਰ ਵਿੱਚ ਮਾਤਾ ਗੁਜਰੀ ਦਾ ਖੂਹ ਹੈ, ਜਿਸ ਦਾ ਜਲ ਮਿੱਠਾ ਹੈ ਅਤੇ ਬਾਕੀ ਸਭ ਖੂਹਾਂ ਦਾ ਹੁਣ ਤੱਕ ਖਾਰਾ ਹੈ ਅਤੇ ਦਾਲ ਨਹੀਂ ਗਲਦੀ ਜਦ ਤੱਕ ਮਾਤਾ ਜੀ ਦੇ ਖੂਹ ਵਿੱਚੋਂ ਜਲ ਨਾ ਪਾਇਆ ਜਾਏ। ਨੇੜੇ ਨਿਸੰਬਲੀ ਇੱਕ ਸ਼ਤੀਰ ਹੈ, ਜਿਸ ਨੂੰ ਗੁਰੂ ਜੀ ਦੀ ਛੋਹ ਪ੍ਰਾਪਤ ਹੈ, ਜਿਸ ਦੀ ਹੁਣ ਤੱਕ ਸਹੀ ਪੈਮਾਇਸ਼ ਨਹੀਂ ਹੋ ਸਕੀ। ਗੁਰੂ ਦੀ ਗਤ ਕੌਣ ਜਾ ਸਕਦਾ ਹੈ। ਲਖਨੌਰ ਤੋਂ ਰਾਣੋ ਮਾਜਰਾ ਅਤੇ ਆਨੰਦਪੁਰ ਕਲੌੜ ਹੁੰਦੇ ਹੋਏ ਰੋਪੜ 1673 ਦੇ ਆਰੰਭ ਵਿੱਚ ਪੁੱਜੇ। ਉੱਥੇ ਹੀ ਮੌਲਾ ਸ਼ਾਹ ਮਿਲਿਆ, ਜਿਸ ਆਨੰਦਪੁਰ ਮਹਿਲ ਅਤੇ ਸਰਾਵਾਂ ਉਸਰਦੇ ਵੇਖ ਸ਼ੰਕਾ ਕੀਤਾ ਸੀ ਕਿ ਜਿਸ ਦੇ ਘਰ ਜਿਨੀ ਚੱਲਣ ਜਾਣਿਆ ਸੀ ਕਿਉਂ ਕਰਹਿ ਵਿਸਥਾਰ ਦਾ ਨਿਤ ਉਪਦੇਸ਼ ਦਿੱਤਾ ਜਾਂਦਾ ਹੈ, ਉੱਥੇ ਇਹ ਪਸਾਰਾ ਕਿਉਂ। ਤਾਂ ਗੁਰੂ ਤੇਗ ਬਹਾਦਰ ਜੀ ਨੇ ਸਮਝਾਇਆ ਸੀ ਕਿ ਇਹ ਸਭ ਲੋਕ ਹਿੱਤ ਹੈ, ਪਰਉਪਕਾਰ ਲਈ ਹੈ। ਜਿਵੇਂ ਬਾਲ ਕਿੱਟਾਂ ਨਾਲ ਖੇਡਦੇ ਘਰ ਬਣਾਉਂਦੇ ਅਤੇ ਸ਼ਾਮ ਹੋਈ ਤਾਂ ਘਰੀ ਚਲੇ ਗਏ, ਇਵੇਂ ਹੀ ਗੁਰੂ ਸਭ ਖੇਲ ਮਾਤਰ ਹੀ ਕਰ ਰਹੇ ਹਨ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਬੋਸੀ ਕੀਤੀ ਅਤੇ ਮੰਨਿਆ ਕਿ ਉਹ ਭਾਵੇਂ ਕਿਤਨੀ ਯਾਦ ਵਿੱਚ ਸੀ, ਪਰ ਉਸ ਵਿੱਚ ਸੁਆਦ ਨਹੀਂ ਸੀ। ਹੁਣ ਉਸ ਦੀ ਯਾਦ ਵਿੱਚ ਨਿਰਾਲਾ ਹੀ ਰਸ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਹੀ ਫਰਮਾਇਆ ਕਿ ਸੁਰਤ ਸਾਈਂ ਵਿੱਚ ਸੀਤੀ ਜਾਏ ਤਾਂ ਭਰੀ, ਜੋ ਨਾ ਪਰੋਤੀ ਹੋਵੇ ਤਾਂ ਖਾਲੀ। ਰੋਪੜ ਤੋਂ ਕਿਰਤਪੁਰ ਪੁੱਜੇ। ਜਿਸ ਕਿਸੇ ਡਿੱਠਾ ਆਪ ਜੀ ਦੇ ਸਰੂਪ ਸੱਚ ਸੁਖਾਵਤ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਬਾਬਾ ਸੂਰਜਮਲ ਨੇ ਵੀ ਆਦਰ ਕੀਤਾ। ਗੁਰੂ ਹਰਕ੍ਰਿਸ਼ਨ ਜੀ ਦੀ ਮਾਤਾ ਕਿਸ਼ਨ ਕੌਰ ਜੀ ਤਾਂ ਸਦਕੇ ਹੀ ਹੁੰਦੇ ਰਹੇ। ਮਾਖੋਵਾਲ ਤੋਂ ਕਈ ਮਸੰਦ ਅਤੇ ਮੁਖੀਏ ਗੁਰੂ ਜੀ ਨੂੰ ਅੱਗੋਂ ਲੈਣ ਆਏ। ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਕਿ ਜਦ ਆਪ ਜੀ ਨੇ ਆਪਣੇ ਪਾਵਨ ਚੱਕ ਚਰਨ ਚੱਕ ਨਾਨਕੀ ਪਾਏ ਤਾਂ ਸਰਸਾ ਕੰਢੇ ਖਲੋ ਕੇ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹੀਆਂ ਅਤੇ ਫਰਮਾਇਆ ਕਿ ਇਸ ਨਗਰ ਦਾ ਨਾਮ ਆਨੰਦਪੁਰ ਹੋਆ। ਇਹ ਵਾਰਤਾ ਮਾਰਚ 1673 ਈਸਵੀ ਦੀ ਹੈ। ਗੁਰੂ ਤੇਗ ਬਹਾਦਰ ਜੀ ਨੇ ਪ੍ਰਸੰਨ ਹੋ ਕੇ ਨਗਰ ਦਾ ਨਾਂ ਆਨੰਦਪੁਰ ਹੀ ਕਰ ਦਿੱਤਾ। ਸਭ ਪਾਸੇ ਕਲਗੀਧਰ ਦੀ ਸੁੰਦਰਤਾ, ਸੱਚਾਈ, ਸ਼ਖਾਵਤ, ਸੁਹਿਰਦਤਾ, ਸਵਰੂਪ ਸਥਿਤੀ ਅਤੇ ਸਰਵ ਗੁਣਾਂ ਦੀ ਛੋਹ ਫੈਲ ਗਈ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦੇ 28 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।